ਸਤਨਾਮ ਵਾਹਿਗੁਰੂ ਸਾਹਿਬ ਜੀ। ਅਬ ਰਾਖੋ ਦਾਸ ਪਾਟ ਕੀ ਲਾਜ, ਜੈਸੇ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰਨਾਖਸ ਫਾਰੇ ਕਰਿਆਦ, ਹੁਨ ਦ੍ਰੋਪਦੀ ਲਾਜ ਰਖੀ। ਹਰ ਪ੍ਰਭ ਜੀ ਸ਼ੀਨਤ ਬਸਤਰ, ਦੀਨ ਬਹੁ ਸਾਜ। ਸੋ ਦਾਮਾ ਅਪਦਾ ਤੇ ਰਾਖਿਆ, ਗਨਿਕਾ ਪੜ੍ਹਤ ਪੂਰੇ ਤੇ ਕਾਜ। ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ, ਰਾਖੋ ਦਾਸ ਪਾਟ ਕੀ ਲਾਜ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ, ਅਵਰ ਨ ਕੁੰਜੀ ਹੱਥ। ਗੁਰ ਦਾਤਾ ਗੁਰ ਹਿਵੈ ਕਰ, ਗੁਰ ਦੀਪਕ ਤਿਹੁ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਬੇਸੁਮਾਰ ਅਥਾਹ ਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਓ ਨਹੀਂ ਵਹਾਨਾ। ਜੋ ਜੋ ਮੰਨੈ ਡੀਹੜਾ, ਸੋ ਉਮਰ ਹੱਥ ਪਵਨ। ਫਰੀਦਾ ਤਨ ਸੁਕਾ ਪਿੰਜਰ ਥੀਆ, ਤਲੀਆਂ ਖੁੰਡਹਿ ਕਾਗ। ਅਜੈ ਸੋ ਰੱਬ ਨਾ ਬਾਹੁੜਿਓ, ਦੇਖ ਬੰਦੇ ਕੇ ਭਾਗ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਏ ਦੋਇ ਨੈਨਾ ਮਤ ਛੁਹੋ, ਫਿਰ ਦੇਖਨ ਕੀ ਆਸ। ਕਾਗਾ ਚੂੰਡ ਨ ਪਿੰਜਰਾ, ਬਸੈ ਤਾ ਉਡਰ ਜਾਹੇ। ਜਿਤ ਪਿੰਜਰੈ ਮੇਰਾ ਸਹੋ ਵਸੈ, ਮਾਸ ਨ ਤਿਦੂ ਖਾਹੇ। ਫਰੀਦਾ ਗੋਰ ਨਿਮਾਣੀ ਸਡ ਕਰੇ, ਨਿਕ ਹਰਿਆ ਹਰਿਆਉ। ਸਰਪਰ ਮੈਥੈ ਆਵਣਾ, ਮਰਣਹੁ ਨਾ ਡਰਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਅਥਾਹ ਬਖਸ਼ਿਸ਼ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਤਰਸ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਸਤਿਗੁਰੂ ਕੇ ਬਚਨਾਂ ਦੇ ਅਨੁਸਾਰ ਕਰਦਿਆਂ ਹੋਇਆਂ ਬੰਦਗੀ ਸ਼ਬਦ ਅਭਿਆਸ ਦੇ ਨਾਲ ਜੀਵਨ ਨੂੰ ਸਫਲ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰਦੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਤੋਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਰੱਬ ਖਜੂਰੀ ਪੱਕੀਆਂ ਨਖ ਨਹੀਂ ਵਹਨ। ਬਾਬਾ ਫਰੀਦ ਸਾਹਿਬ ਜੀ ਨੇ ਇਸ ਲੜੀਵਾਰ ਸਲੋਕਾਂ ਦੇ ਅੰਤਰਗਤ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਫਰੀਦਾ ਰੱਬ ਖਜੂਰੀ ਪੱਕੀਆਂ ਮੱਖ ਨਹੀਂ ਵਹਨ। ਮਨੁੱਖ ਦੀ ਰਸਨਾ ਦੋ ਤਰ੍ਹਾਂ ਦੇ ਸਵਾਦਾਂ ਦਾ ਅਨੁਭਵ ਕਰਦੀ ਹੈ, ਜਿਸ ਦੇ ਵਿੱਚ ਇੱਕ ਤਰਫ ਖੱਟਾ ਅਤੇ ਇੱਕ ਤਰਫ ਮਿੱਠਾ ਅਤੇ ਦੂਜੀ ਤਰਫ ਕੌੜਾ। ਅਤੇ ਇਹਨਾਂ ਦੇ ਵਿਚਲਾ ਇੱਕ ਜਿਹੜੀ ਸਵਾਦ ਦੀ ਸਥਿਤੀ ਰਹਿੰਦੀ ਹੈ ਉਹ ਖੱਟਾ ਰਹਿੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਜਗਤ ਦੇ ਸਵਾਦਾਂ ਦੇ ਨਾਲ ਵਿਸ਼ਿਆਂ ਦੇ ਸਵਾਦਾਂ ਨਾਲ ਮਨੁੱਖ ਜੁੜਦਾ ਹੈ, ਉਹਦਾ ਪਹਿਲਾ ਅਨੁਭਵ ਤਾਂ ਮਿੱਠੇ ਵਰਗਾ ਪ੍ਰਤੀਤ ਹੁੰਦਾ ਹੈ ਕਿ ਸਕੂਨ ਦਿੰਦਾ ਹੈ, ਮਨ ਨੂੰ ਹੁਲਾਸ ਪ੍ਰਦਾਨ ਕਰਦਾ ਜਦੋਂ ਵਿਕਾਰਾਂ ਦੀ ਤਰਫ ਮਨੁੱਖ ਆਪਣਾ ਇੱਕ ਕਦਮ ਆਰੰਭ ਕਰਦਾ ਹੈ। ਪਰ ਜਦੋਂ ਉਹ ਗਲੇ ਤੋਂ ਹੇਠਾਂ ਉਤਰ ਜਾਂਦਾ ਹੈ ਅਤੇ ਉਹਦਾ ਸਵਾਦ ਵਿਸ਼ਿਆਂ ਵਿਕਾਰਾਂ ਦਾ ਜਦੋਂ ਭੋਗ ਕੇ ਹਟਦੇ ਹਾਂ ਤਾਂ ਉਹ ਖਟਿਆਈ ਭਰਿਆ ਪ੍ਰਤੀਤ ਹੁੰਦਾ। ਮਤਲਬ ਕਿ ਬੰਦਾ ਆਪਣੇ ਆਪ ਤੋਂ ਘ੍ਰਿਣਤ ਹੁੰਦਾ ਹੈ, ਘ੍ਰਿਣਤ ਮਹਿਸੂਸ ਕਰਦਾ ਹੈ। ਅਤੇ ਜਦੋਂ ਬਿਲਕੁਲ ਉਸ ਸਥਿਤੀ ਨੂੰ ਗੁਜ਼ਰਿਆਂ ਕਈ ਦਿਨ ਹੋ ਜਾਂਦੇ ਨੇ ਅਤੇ ਉਸ ਕੀਤੇ ਹੋਏ ਕਰਮ ਦਾ ਚਿੰਤਨ ਬਾਅਦ ਦੇ ਵਿੱਚ ਬੜਾ ਮੈਲਾ ਅਨੁਭਵ ਹੁੰਦਾ ਹੈ ਅਤੇ ਕੁੜੱਤਣ ਵਰਗਾ ਲੱਗਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸਲੋਕ 'ਚ ਬਖਸ਼ਿਸ਼ ਕਰਦੇ ਹਨ ਕਿ ਜਦੋਂ ਜੀਵਨ ਦੇ ਵਿੱਚ ਚੱਲਣਾ ਹੈ ਤਾਂ ਇਸ ਗੱਲ ਦੀ ਪਛਾਣ ਬੜੀ ਗਹਿਰੀ ਹੋਣੀ ਚਾਹੀਦੀ ਹੈ ਕਿ ਕਿਹੜਾ ਕਰਮ ਜਦੋਂ ਉਹ ਪੂਰਾ ਹੋ ਜਾਏਗਾ ਅਤੇ ਉਹਦਾ ਭਾਵ ਕੀ ਬਣੇਗਾ। ਅਸੀਂ ਆਪਣੇ ਜੀਵਨ ਦੇ ਵਿੱਚ ਰੋਜ਼ਾਨਾ ਦੀ ਦਿਨਚਰਿਆ ਵਿੱਚ ਸੋਚਣ ਦਾ, ਬੋਲਣ ਦਾ, ਵਿਵਹਾਰ ਦੇ ਜਿਤਨੇ ਕਰਮ ਕਰਦੇ ਹਾਂ, ਜੇ ਸਾਡੇ ਕੋਲੋਂ ਐਸੀ ਗਹਿਰੀ ਗਿਆਨ ਭਰੀ ਦ੍ਰਿਸ਼ਟੀ ਹੈ ਕਿ ਹਰੇਕ ਕੀਤੇ ਕਰਮ ਦਾ ਅੱਗੇ ਜਾ ਕੇ ਕੀ ਉਹਦਾ ਮੁਲਾਂਕਣ, ਕੀ ਉਹਦਾ ਨਿਰਣਾ ਹੋਏਗਾ, ਜੇ ਥੋੜ੍ਹਾ ਬਹੁਤ ਵੀ ਇਹਦੇ ਬਾਰੇ ਸਾਨੂੰ ਗਿਆਨ ਹੈ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁਨੀਆ ਵਿਚਲਾ ਸਫ਼ਰ ਬੰਦੇ ਦਾ ਸਹਿਜ ਹੋ ਸਕਦਾ। ਇਸ ਕਰਕੇ ਬਖਸ਼ਿਸ਼ ਕਰਦੇ ਹਨ, ਰੱਬ ਖਜੂਰੀ ਪੱਕੀਆਂ ਮੱਖ ਨਹੀਂ ਵਹਨ। ਕਿ ਸੰਸਾਰ ਦੇ ਵਿਸ਼ੇ ਵਿਕਾਰਾਂ ਸਵਾਦਾਂ ਦੀ ਤਰਫ ਲੱਗਿਆਂ ਜੀਵਨ ਦਾ ਸਕੂਨ ਤਾਂ ਪ੍ਰਾਪਤ ਹੋ ਜਾਂਦਾ ਕੁਝ ਸਮੇਂ ਲਈ, ਪਰ ਬਾਅਦ ਦੇ ਵਿੱਚ ਜਿਹੜਾ ਜੀਵਨ ਹੈ ਉਹ ਕੁੜੱਤਣ ਦੇ ਨਾਲ ਭਰ ਜਾਂਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਿਠਾਸ ਵੀ ਉਹੀ ਚੱਖਣੀ ਚਾਹੀਦੀ ਹੈ ਜਿਹਦਾ ਪਹਿਲਾ ਅਨੁਭਵ ਵੀ ਮਿਠਾਸ ਰਹੇ ਅਤੇ ਆਖਰੀ ਅਨੁਭਵ ਵੀ ਮਿਠਾਸ। ਇਸ ਕਰਕੇ ਆਖਦੇ ਨੇ ਰੱਬ ਖਜੂਰੀ ਪੱਕੀਆਂ। ਰੱਬ ਖਜੂਰੀ ਦਾ ਭਾਵ ਪੱਕੀਆਂ ਦਾ ਭਾਵ ਹੈ ਕਿ ਜੋ ਪਰਮੇਸ਼ਰ ਦੇ ਬੰਦਗੀ ਰਤੇ ਗਿਆਨ ਦੇ ਪ੍ਰਕਾਸ਼ ਵਾਲੇ ਧਰਮ ਦੇ ਸ਼ੁਭ ਗੁਣਾਂ ਦੇ ਨਾਲ ਅਲੰਕਰਿਤ ਜਿਹੜੇ ਸੰਤ ਪੁਰਖ ਹਨ, ਫਕੀਰ ਦਰਵੇਸ਼ ਹਨ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਖਜੂਰਾਂ ਵਰਗੇ ਹਨ। ਉਹਨਾਂ ਦੀ ਸੰਗਤ ਖਜੂਰਾਂ ਵਰਗੀ ਜਿਹੜੀ ਹੈ ਮਿਠਾਸ ਉਪਜਾਉਣ ਵਾਲੀ ਹੈ।
ਤੇ ਜਦੋਂ ਉਹਨਾਂ ਦੀ ਸੰਗਤ ਵਿੱਚੋਂ ਬੰਦੇ ਨੂੰ ਬੰਦਗੀ ਦਾ ਰੰਗ ਲੱਗ ਜਾਂਦਾ ਹੈ, ਫਿਰ ਮਾਖਿਆ ਨਈ ਵਹਨ, ਤੇ ਫਿਰ ਜੀਵਨ ਦੇ ਵਿੱਚ ਇਤਨਾ ਰਸ ਪੈਦਾ ਹੁੰਦਾ ਹੈ ਕਿ ਜਿਵੇਂ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ। ਤੇ ਇੰਜ ਦਾ ਯਤਨ ਕਰਦਿਆਂ ਜੇ ਜੀਵਨ ਦਾ ਜਿਹੜਾ ਵੀ ਦਿਨ ਬਤੀਤ ਹੁੰਦਾ ਜਾ ਰਿਹਾ ਉਹ ਸਫਲਾ ਹੈ, ਕਿਉਂਕਿ ਉਂਝ ਵੀ ਆਜੂ ਬਤੀਤ ਹੋ ਜਾਣੀ ਹੈ, ਪਰ ਜੀਵਨ ਦੀ ਆਜੂ ਬਤੀਤ ਹੁੰਦਿਆਂ ਹੋਇਆਂ ਜਿਹੜਾ ਇੱਕ ਇੱਕ ਦਿਨ ਨੂੰ ਇਸ ਤਰ੍ਹਾਂ ਦੇ ਕਰਮ ਨਾਲ ਸਫਲ ਕਰਦਾ ਜਾਂਦਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਉੱਤਮ ਪੁਰਖ ਹੈ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਈ ਵਹਨ। ਅਸੀਂ ਸੰਸਾਰੀ ਕਿਸਮ ਦੇ, ਪਦਾਰਥਕ ਕਿਸਮ ਦੇ, ਮਾਇਆ ਦੇ ਦਾਇਰੇ ਵਿੱਚ ਭਟਕਣ ਵਾਲੇ ਜਾਂ ਵਿਚਰਨ ਵਾਲੇ ਲੋਕ ਹਾਂ। ਸਾਡੇ ਕੋਲੋਂ ਦੁਨਿਆਵੀ ਕਿਸਮ ਦੇ ਪਦਾਰਥਾਂ ਦਾ, ਰਸ ਦਾ, ਉਹਨਾਂ ਦੇ ਸਭ ਤਰ੍ਹਾਂ ਦਾ ਬੋਧ ਹੈ, ਅਤੇ ਉਹ ਇੱਥੋਂ ਤੱਕ ਸਾਡੀ ਬਾਤ ਹੈ। ਪਰ ਜੀਵਨ ਦੇ ਵਿੱਚ ਕੁਝ ਐਸਾ ਪਰਮ ਰਸ ਜਿਹਦੀ ਸੰਤ ਪੁਰਖ ਗੱਲ ਕਰਦੇ ਹਨ ਕਿ ਜਿਸ ਰਸ ਨੂੰ ਚੱਖਿਆਂ ਬਾਅਦ ਦੇ ਵਿੱਚ ਦੁਨਿਆਵੀ ਰਸਾਂ ਦੀ ਬੰਦੇ ਦੀ ਖਿੱਚ ਨਹੀਂ ਰਹਿੰਦੀ। ਜਿਸ ਜੀਵਨ ਨੂੰ ਇੱਕ ਐਸਾ ਜੀਵਨ ਹੈ ਜਿਹਦੇ ਵਿੱਚ ਪਰਮ ਰਸ ਨੂੰ ਮਾਣਿਆ, ਬਾਅਦ ਦੇ ਵਿੱਚ ਜੀਵਨ ਦੀਆਂ ਬਾਹਰੀ ਅਵਸਥਾਵਾਂ ਮਨ 'ਤੇ ਪ੍ਰਭਾਵ ਨਹੀਂ ਪਾਉਂਦੀਆਂ, ਉਸ ਅਵਸਥਾ ਦਾ ਭੇਦ ਜਿਹੜਾ ਕੇਵਲ ਹੈ ਉਹ ਸੰਤ ਪੁਰਖਾਂ ਕੋਲ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਰੱਬ ਖਜੂਰੀ ਪੱਕੀਆਂ, ਕਿ ਜਦੋਂ ਜਿਹੜੀ ਖਜੂਰ ਦਾ ਰੁੱਖ ਜਿਨ੍ਹਾਂ ਨੇ ਦੇਖਿਆ ਹੋਏਗਾ ਉਹਨਾਂ ਨੂੰ ਇਲਮ ਹੋਏਗਾ, ਅਤੇ ਖਜੂਰ ਦਾ ਰੁੱਖ ਪਹਿਲਾ ਉਹਦਾ ਜੀਵਨ ਉਚਾਈ ਹੁੰਦਾ ਹੈ ਇਕੱਲਾ। ਜਿਵੇਂ ਆਮ ਫਲ ਲੱਗਦੇ ਹਨ, ਉਹ ਥੋੜ੍ਹੀ ਜਿਹੀ ਉਚਾਈ 'ਤੇ ਜਾਣ ਨਾਲ ਨਾਲ ਵੱਧਦੇ ਵੀ ਜਾਂਦੇ, ਨਾਲ ਨਾਲ ਫਲ ਵੀ ਦੇਈ ਜਾਂਦੇ ਨੇ। ਪਰ ਖਜੂਰ ਦਾ ਰੁੱਖ ਐਸਾ ਨਹੀਂ ਹੈ, ਉਹ ਪਹਿਲਾਂ ਆਪਣੀ ਉਚਾਈ ਮੁਕੰਮਲ ਕਰਦਾ ਹੈ ਬਹੁਤ ਹੱਦ ਤੱਕ। ਜਿਵੇਂ ਉਹਦੀ 100% ਉਚਾਈ ਹੋਣੀ ਹੈ, ਉਹਦੇ ਵਿੱਚੋਂ 80% ਉਹ ਮੁਕੰਮਲ ਕਰਦਾ, ਫਿਰ ਉਹਦੇ ਸਿਖਰ 'ਤੇ ਜਾ ਕੇ ਫਲ ਲੱਗਦਾ ਅਤੇ ਉਹ ਫਲ ਬੜੀ ਪਹੁੰਚ ਤੋਂ ਦੂਰ ਹੋ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹੜੇ ਸੰਤ ਪੁਰਖ ਹਨ ਇਹ ਦੁਨੀਆਦਾਰੀ ਦੇ ਵਿੱਚੋਂ ਨਹੀਂ ਲੱਭਣ ਵਾਲੇ। ਬੰਦਾ ਦੁਨੀਆਦਾਰੀ ਦੀਆਂ ਮਜਲਸਾਂ ਦੇ ਵਿੱਚ ਟਿਕ ਕੇ ਕਹੇ ਕਿ ਮੈਨੂੰ ਇੱਥੋਂ ਪ੍ਰਾਪਤੀ ਹੋ ਜਾਏ ਜੀਵਨ ਦੇ ਠਹਿਰਾਓ ਦੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਐਸਾ ਸੰਭਵ ਨਹੀਂ ਹੋਏਗਾ। ਜਿਵੇਂ ਖਜੂਰ ਦੀ ਪ੍ਰਾਪਤੀ ਦੇ ਲਈ ਉਹਦੀ ਉਚਾਈ ਨੂੰ ਸਰ ਕਰਕੇ ਉਹਦੇ ਸਿਖਰ 'ਤੇ ਜਾ ਕੇ ਟਿਕਣਾ ਪੈਂਦਾ ਹੈ, ਇੰਝ ਹੀ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਰੱਬ ਖਜੂਰੀ ਪੱਕੀਆਂ। ਪੱਕੀਆਂ ਦਾ ਭਾਵ ਇਹ ਹੈ ਕਿ ਜੋ ਸੰਤ ਪੁਰਖਾਂ ਨੇ ਜੀਵਨ 'ਚ ਉਚਾਈ ਹੈ, ਜੇ ਉਹਦੇ ਨੇੜੇ ਹੋਏਗਾ, ਓਨੀ ਉਚਾਈ ਨੂੰ ਤੂੰ ਵੀ ਸਰ ਕਰੇਂਗਾ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਉਹਨਾਂ ਦੇ ਕੋਲੋਂ ਅਨੁਭਵ ਹੈ ਕਿ ਜਿਵੇਂ ਖਜੂਰ ਦੀ ਮਿਠਾਸ ਅਰਬ ਦੇ ਵਿੱਚ ਬੜੀ ਮਸ਼ਹੂਰ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹੀ ਮਿਠਾਸ ਦਾ ਅਨੁਭਵ ਤੇਰੇ ਕੋਲ ਆਏਗਾ। ਇਸ ਮਿਠਾਸ ਦੇ ਅਨੁਭਵ ਦੇ ਲੱਛਣ ਕੀ ਹਨ ਕਿ ਬੰਦਾ ਆਪਣੇ ਆਪ ਦੇ ਵਿੱਚ ਨਿਸ਼ਕਿਰਿਆ ਹੋ ਜਾਂਦਾ। ਨਿਸ਼ਕਿਰਿਆ ਦਾ ਮਤਲਬ ਹੈ ਕਿ ਜੀਵਨ 'ਚ ਦੁੱਖ ਹੈ, ਉਹਦੇ ਕੋਲੋਂ ਸ਼ਿਕਾਇਤ ਨਹੀਂ ਹੈ। ਜੀਵਨ ਦੇ ਵਿੱਚ ਦੁੱਖ ਹੈ, ਸੁੱਖ ਹੈ, ਉਹਦੇ ਕੋਲੋਂ ਸੁੱਖ ਨੂੰ ਪੂਰਾ ਕਰਨ ਦਾ ਆਪਣੇ ਕੋਲ ਦਾਅਵਾ ਨਹੀਂ। ਉਹ ਇਹਨਾਂ ਦੋਵਾਂ ਹਾਲਤਾਂ ਦੇ ਵਿੱਚ ਆਪਣੇ ਆਪ ਨੂੰ ਬਾਹਰ ਕਰ ਚੁੱਕਾ ਹੈ, ਅਤੇ ਉਹਦੇ ਕੋਲੋਂ ਹਰੇਕ ਕਿਰਿਆ ਦਾ ਇੱਕ ਵੱਡਾ ਅਰਥ ਆ ਗਿਆ ਹੈ। ਇਸ ਕਰਕੇ ਹਰੇਕ ਚੀਜ਼ ਨੂੰ ਉਹ ਆਪਣੇ ਆਤਮਿਕ ਆਨੰਦ ਦੇ ਨਾਲ ਜੋੜ ਕੇ ਹੰਡਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਰੱਬ ਖਜੂਰੀ ਪੱਕੀਆਂ, ਕਿ ਜਿਵੇਂ ਖਜੂਰ ਨੂੰ ਲਗਭਗ ਖਜੂਰਾਂ ਵੀ ਉਦੋਂ ਕੁ ਲੱਗਦੀਆਂ ਨੇ ਜਦੋਂ ਪੱਕਣ ਦੀ ਹਾਲਤ ਵਿੱਚ ਆ ਜਾਂਦਾ, ਜਦੋਂ ਰੁੱਖ ਬੂੜਾ ਸਡੌਲ ਬਣ ਜਾਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਦਾ ਜੀਵਨ ਤਿਆਗ, ਵੈਰਾਗ, ਗਿਆਨ ਅਤੇ ਸਾਧਨਾ ਦੇ ਨਾਲ ਪੱਕ ਕੇ ਬੜੀ ਉਚਾਈ ਵਾਲਾ ਬਣਿਆ, ਉਹਨਾਂ ਦੇ ਕੋਲੋਂ ਹੁਣ ਬੰਦਗੀ ਦੀ ਜਿਹੜੀ ਮਿਠਾਸ ਹੈ ਖਜੂਰ ਵਰਗੀ ਹੈ। ਇਸ ਕਰਕੇ ਜੇ ਉਹ ਮਿਠਾਸ ਪੂਰੀ ਪ੍ਰਾਪਤ ਕਰਨੀ, ਉਹਦਾ ਅਨੁਭਵ ਪ੍ਰਾਪਤ ਕਰਨਾ ਹੈ, ਕਿਸੇ ਸੰਤ ਪੁਰਖਾਂ ਪਾਸ ਬੈਠ, ਅਤੇ ਜਦੋਂ ਉਹਨਾਂ ਨੇ ਤੈਨੂੰ ਇਹ ਅਨੁਭਵ ਦੇ ਦਿੱਤਾ, ਫਿਰ ਆਪਣੇ ਯਤਨ ਦੇ ਨਾਲ ਉਹਨੂੰ ਹੋਰ ਵਧਾਉਂਦਾ ਗਿਆ, ਤਾਂ ਜੀਵਨ ਦੇ ਵਿੱਚ ਫਿਰ ਪ੍ਰਭੂ ਦੀ ਕੀਰਤੀ ਕਰਨੀ ਸ਼ਹਿਦ ਦੀ ਨਦੀ ਵਾਂਗਣ ਲੱਗੇਗਾ। ਭਾਵ ਕਿ ਉਹਨੇ ਗੁਣ ਤੇਰੇ ਆਪਣੇ ਅੰਦਰ ਵੀ ਸਮਾ ਜਾਣਗੇ। ਹੁਣ ਸਾਡੇ ਜੀਵਨ ਦੇ ਵਿੱਚ ਤਰਲਤਾ ਨਹੀਂ ਹੈ। ਵਰਤਮਾਨ ਜਿਹੜਾ ਜੀਵਨ ਹੈ ਨਾ, ਇਹਦੀ ਮਨੋਵਿਗਿਆਨਕਾਂ ਨੇ ਜਿਹੜੀ 21ਵੀਂ ਸਦੀ ਦਾ ਆਹ ਦਹਾਕਾ ਚੱਲ ਰਿਹਾ ਹੈ, ਇਹਨਾਂ ਨੂੰ ਉਹਨਾਂ ਨੇ ਇੱਕ ਨੁਕਸੇ ਆਈਡੈਂਟੀਫਾਈ ਕੀਤਾ ਕਿ ਇਸ ਜੀਵਨ ਦੇ ਵਿੱਚ ਬੰਦੇ ਦੇ ਅੰਦਰ ਤਰਲਤਾ ਖਤਮ ਹੋ ਗਈ ਹੈ। ਸਰੀਰ ਦੇ ਤਲ 'ਤੇ ਤਾਂ 70% ਪਾਣੀ ਹੈਗਾ ਹੈ, ਪਰ ਉਹਦੇ ਅੰਦਰਲੀ ਤਰਲਤਾ ਖਤਮ ਹੋ ਗਈ ਹੈ ਕਿ ਉਹ ਚੀਜ਼ਾਂ ਦੇ ਵਿੱਚ ਜਿਉਂਦਾ ਵੀ ਹੈ
ਚੀਜ਼ਾਂ ਦੇ ਅਧੂਰੇ ਅਨੁਭਵ ਹੰਢਾਉਂਦਾ ਵੀ ਹੈ, ਪਰ ਚੀਜ਼ਾਂ ਦੇ ਅਧੂਰੇ ਅਨੁਭਵ ਹੰਢਾਉਂਦਿਆਂ ਵੀ ਇਹਦੇ ਅੰਦਰ ਕੋਈ ਨਿਰਾਸ਼ਾ ਜਾਂ ਕੋਈ ਵੱਡੀ ਉਮਾਦ ਨਹੀਂ ਜਾਗਦੀ। ਇਸ ਕਰਕੇ ਬਾਬਾ ਫਰੀਦ ਤਰਲਤਾ ਦਾ ਭਾਵ ਇਹ ਵੀ ਹੈ ਕਿ ਮਨੁੱਖ ਦੇ ਅੰਦਰ ਜਿਹੜਾ ਇਹਨੂੰ ਇਨਸਾਨੀ ਅਰਥਾਂ 'ਚ ਪੂਰੇ ਕਰਨ ਵਾਲੀਆਂ ਗੱਲਾਂ ਹਨ ਉਹ ਬਹੁਤ ਹੱਦ ਤੱਕ ਮਨਫੀ ਹੋ ਚੁੱਕੀਆਂ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਰੱਬ ਖਜੂਰੀ ਪੱਕੀਆਂ। ਹੁਣ ਜੀਵਨ ਦੇ ਵਿੱਚ ਜੇ ਇਹ ਗੱਲ ਸਾਨੂੰ ਬੜੇ ਪ੍ਰਮਾਣਿਕ ਢੰਗ ਨਾਲ ਸਮਝ ਲੈਣੀ ਚਾਹੀਦੀ ਹੈ। ਇਹ ਠੀਕ ਹੈ ਕਿ ਸਾਡਾ ਯਤਨ ਬੜਾ ਸ਼ੁੱਧ ਹੋ ਸਕਦਾ ਹੈ, ਸਾਡੇ ਯਤਨ ਦੇ ਵਿੱਚ ਬੜੀ ਭਾਵਨਾ ਹੋ ਸਕਦੀ ਹੈ, ਬੜਾ ਸਮਰਪਣ ਹੋ ਸਕਦਾ ਹੈ, ਪਰ ਸਾਡੇ ਜੀਵਨ ਦੀ ਬੰਦਗੀ ਨੂੰ ਜੇ ਕਦੇ ਸੰਤ ਦੀ ਛੋਹ ਲੱਗ ਜਾਏ ਤਾਂ ਉਹ ਜਿਹੜੀ ਬੰਦਗੀ ਹੈ ਉਹ ਬੜੀ ਜਲਦੀ ਪ੍ਰਫੁੱਲਤ ਹੁੰਦੀ ਹੈ। ਇਸ ਕਰਕੇ ਬਾਣੀ ਦੇ ਵਿੱਚ ਕਿਉਂ, ਹੁਣ ਇਸ ਗੱਲ ਦਾ ਭਾਵ ਕੀ ਹੈ? ਇਸ ਗੱਲ ਦਾ ਭਾਵ ਇਹ ਹੈ ਕਿ ਜਦੋਂ ਕੁਦਰਤੀ ਹਜ਼ਾਰਾਂ ਮਣ ਜਿਹੜਾ ਹੈ ਦੁੱਧ ਹੁੰਦਾ ਹੈ, ਉਹਨੂੰ ਜਮਾਉਣਾ ਹੈ, ਕੁਝ ਬੂੰਦਾਂ ਖਟਿਆਈ ਦੀਆਂ ਚਾਹੀਦੀਆਂ, ਉਹਨੂੰ ਫਟਾਉਣਾ ਹੈ, ਕੁਝ ਬੂੰਦਾਂ ਤੇਜ਼ਾਬ ਦੀਆਂ ਚਾਹੀਦੀਆਂ। ਹੁਣ ਗੱਲ ਕੀ ਹੈ, ਇੱਕ ਪਾਸੇ ਹਜ਼ਾਰਾਂ ਮਣ ਦੁੱਧ ਹੈ, ਦੂਜੇ ਪਾਸੇ ਥੋੜ੍ਹੀ ਜਿਹੀ ਤੇਜ਼ਾਬ ਦੀ ਮਾਤਰਾ ਉਹਨੂੰ ਫਟਾਉਣ ਦੇ ਲਈ, ਉਹਨੂੰ ਜਮਾਉਣ ਦੇ ਲਈ ਥੋੜ੍ਹੀ ਜਿਹੀ ਖਟਿਆਈ ਦੀ ਮਾਤਰਾ ਹੈ। ਇਸੇ ਤਰ੍ਹਾਂ ਇਤਨਾ ਵੱਡਾ ਜੰਗਲ ਹੁੰਦਾ ਹੈ, ਉਹਨੂੰ ਜਲਾਉਣ ਦੇ ਲਈ ਇੱਕ ਮਾਚਿਸ ਦੀ ਲੋੜ ਹੈ। ਇੰਝ ਹੀ ਜਦੋਂ ਸਾਡੀ ਬੰਦਗੀ, ਹੁਣ ਜਿਵੇਂ ਸਾਡੀ ਬੰਦਗੀ ਜਿਹੜੀ ਅਸੀਂ ਸੰਯੋਜਿਤ ਕੀਤੀ ਹੁੰਦੀ ਹੈ ਅਤੇ ਉਹਨੂੰ ਸੰਤ ਪੁਰਖ ਦੀ ਛੋਹ ਲੱਗਦੀ ਹੈ, ਅਤੇ ਉਸ ਬੰਦਗੀ ਦੇ ਅੰਦਰ ਜਿਹੜੇ ਪੱਖ ਸਾਡੇ ਯਤਨ ਨਾਲ ਚੱਲ ਰਹੇ ਹੁੰਦੇ ਹਨ ਉਹ ਇੱਕਦਮ ਸੰਪੂਰਨ ਹੋ ਜਾਂਦੇ ਹਨ। ਜਿਵੇਂ ਸਵੇਰ ਦੇ ਉਦੈ ਹੋਣ ਨਾਲ ਫੁੱਲ ਫਲ ਆਪੇ ਖਿੜ ਜਾਂਦੇ ਹਨ। ਜਿਹੜਾ ਮਾਲੀ ਕਿਸੇ ਬਗੀਚੇ ਦੀ ਰਾਖੀ ਕਰ ਰਿਹਾ ਉਹ ਫੁੱਲਾਂ ਨੂੰ ਸਵੇਰੇ ਆਵਾਜ਼ ਥੋੜ੍ਹਾ ਦਿੰਦਾ ਕਿ ਦਿਨ ਚੜ੍ਹ ਗਿਆ ਅਤੇ ਤੁਸੀਂ ਹੁਣ ਖਿੜ ਜਾਓ, ਆਪਣੀ ਸੁੰਦਰਤਾ ਬਖੇਰੋ। ਉਹ ਆਪਣੇ ਆਪ ਖਿੜਦੇ ਹਨ। ਇੰਝ ਜਦੋਂ ਸਾਡੀ ਬੰਦਗੀ ਕਿਸੇ ਸੰਤ ਪੁਰਖ ਦੀ ਛੋਹ ਨਾਲ ਜੁੜ ਜਾਂਦੀ ਹੈ ਤਾਂ ਉਹਦੇ ਵਿੱਚ ਤਰਲਤਾ, ਉਹਦੇ ਵਿੱਚ ਨਵੇਂ ਨਵੇਂ ਅਨੁਭਵ ਝਰਦੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਾਖਿ ਨਈ ਵਹਨ। ਹੁਣ ਇਹ ਵੀ ਬੜਾ ਗਹਿਰਾ ਅਨੁਭਵ ਹੈ। ਇਹ ਗੱਲਾਂ ਕੱਲੀਆਂ ਕਹਿਣ ਮਾਤਰ ਨਹੀਂ ਕਿ ਸ਼ਾਇਦ ਦੀ ਨਦੀ ਵਗਦੀ ਹੈ। ਹੁਣ ਜਿਨ੍ਹਾਂ ਨੇ ਇੱਕ ਸੁਰ ਹੋ ਕੇ ਕਦੇ ਜੀਵਨ 'ਚ ਬਾਣੀ ਪੜ੍ਹੀ ਹੋਏਗੀ, ਅਸੀਂ ਇੱਕ ਸੁਰ ਹੋ ਕੇ ਨਹੀਂ ਪੜ੍ਹਦੇ। ਅਸੀਂ ਪੜ੍ਹਦੇ ਹਾਂ ਮਨ ਦੇ ਹਾਲਾਤਾਂ ਦੇ ਵਿੱਚੋਂ ਕਿ ਮੈਂ ਦੁੱਖ ਹਾਂ ਅਤੇ ਮੈਨੂੰ ਰਿਲੀਫ ਮਿਲ ਜਾਏਗੀ, ਮੈਂ ਬਾਣੀ ਪੜ੍ਹ ਲਾਂ, ਜਾਂ ਮੈਂ ਜੀਵਨ ਦੇ ਵਿੱਚ ਇਕੱਲਾ ਜਿਹਾ ਮਹਿਸੂਸ ਕਰ ਰਿਹਾ, ਮੈਂ ਬਾਣੀ ਦਾ ਸਹਾਰਾ ਲੈ ਲਾਂ। ਇੱਕ ਸੁਰ ਦਾ ਮਤਲਬ ਹੈ ਕਿ ਜੋ ਕੁਝ ਜਿਵੇਂ ਦੇ ਵੀ ਅਸੀਂ ਹਾਂ, ਇਸ ਸਭ ਨੂੰ ਤਿਆਗ ਕੇ ਆਪਣੀ ਇੱਕ ਨਿਰਲਿਪਤ ਅਵਸਥਾ ਨੂੰ ਬਾਣੀ ਦੇ ਨਾਲ ਜੋੜਨਾ, ਕਿ ਉਹਦੇ ਵਿੱਚ ਨਾ ਆਪਣੇ ਦੁੱਖ ਨੂੰ ਸ਼ਾਮਲ ਕਰਨਾ, ਨਾ ਆਪਣੀ ਕਾਮਨਾ ਨੂੰ ਸ਼ਾਮਲ ਕਰਨਾ, ਬਿਲਕੁਲ ਨਿਰਲਿਪਤ ਹੋ ਕੇ, ਕਿ ਕੁਝ ਵੀ ਨਹੀਂ, ਬਿਲਕੁਲ ਸਿਫਰ ਹੋ ਕੇ ਬਾਣੀ ਦੇ ਨਾਲ ਜਦੋਂ ਜੁੜਾਂਗੇ ਇੱਕ ਸੁਰ। ਅਤੇ ਜਦੋਂ ਇੱਕ ਸੁਰ ਹੋ ਕੇ ਬਾਣੀ ਪੜ੍ਹਦੇ ਹਾਂ ਉਦੋਂ ਸਾਡੇ ਅੰਦਰ ਬਾਣੀ ਦੀ ਮਿਠਾਸ ਉਤਰਦੀ ਹੈ। ਫਿਰ ਉਹ ਚਾਹੇ ਵਿਰਾਗ ਵਾਲੀ ਹੋਵੇ, ਚਾਹੇ ਉਸਤਤ ਵਾਲੀ ਹੋਵੇ, ਚਾਹੇ ਭਗਤੀ ਦਾ ਕੋਈ ਸੂਖਮ ਅਨੁਭਵ ਹੋਵੇ। ਹੁਣ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਮਾਖਿ ਨਈ ਵਹਨ, ਕਿ ਜਦੋਂ ਬੰਦੇ ਨੂੰ ਪਰਮੇਸ਼ਰ ਦੀ ਸਿਫਤ ਦਾ ਰੰਗ ਲੱਗ ਜਾਂਦਾ ਹੈ ਉਹਦੇ ਜੀਵਨ ਵਿੱਚ ਫਿਰ ਉਹ ਇਕੱਲੀ ਸਿਫਤ ਜ਼ੁਬਾਨ ਤੋਂ ਰੱਬ ਦੇ ਗੁਣ ਗਾਉਣਾ ਨਹੀਂ ਰਹਿ ਜਾਂਦੀ, ਫਿਰ ਉਹਦਾ ਜਿਹੜਾ ਅਮਲ ਹੈ ਉਹ ਵੀ ਉਹਦੇ ਨਾਲ ਹੀ ਜੁੜ ਜਾਂਦਾ ਹੈ। ਮਤਲਬ ਜਿਵੇਂ ਉਹ ਆਪਣੇ ਬੋਲਾਂ ਦੀ ਮਿਠਾਸ ਦੇ ਨਾਲ ਦੂਜਿਆਂ ਨੂੰ ਸਕੂਨ ਦਿੰਦਾ ਹੈ, ਫਿਰ ਉਹਨੂੰ ਪਤਾ ਇਹ ਤਾਂ ਮੇਰੇ ਬੋਲਾਂ ਦੀ ਮਿਠਾਸ ਦੀ ਜਿਹੜੀ ਸਮਰੱਥਾ ਹੈ, ਪਰ ਮੇਰੇ ਅਮਲ ਦੇ ਵਿੱਚ ਇਹਦੇ ਨਾਲੋਂ ਵੱਡੀ ਸਮਰੱਥਾ ਪਈ ਹੋਈ ਹੈ ਅਤੇ ਉਹ ਉਵੇਂ ਦੇ ਕਰਮ ਕਰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਝ ਦਾ ਇਸ ਕਰਕੇ ਜੇ ਜੀਵਨ ਦੇ ਵਿੱਚ ਠੀਕ ਢੰਗ ਦੇ ਨਾਲ ਚੱਲਣਾ ਹੈ, ਕਿਉਂਕਿ ਕੱਲ੍ਹ ਜ਼ਿਕਰ ਆਇਆ ਸੀ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ, ਕਿ ਇਸ ਵਾਸਨਾ ਕਰਕੇ ਰੋਜ਼ਾਨਾ ਭੌਂਕਣਾ ਪੈਂਦਾ, ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਫੁਰਨਿਆਂ ਦੀ ਜਿਹੜੀ ਵਿਕਾਰੀ ਖੁਰਾਕ ਦੇਣੀ ਪੈਂਦੀ ਹੈ ਅਤੇ ਉਹ ਫਿਰ ਵੀ ਪੂਰੀ ਨਹੀਂ ਹੁੰਦੀ। ਪਰ ਦੂਜੇ ਪਾਸੇ ਜੇ ਭਗਤੀ ਦਾ ਰੰਗ ਲੱਗਾ ਹੋਵੇ ਤਾਂ ਜੀਵਨ 'ਚ ਠਹਿਰਾਓ ਬਣਿਆ ਰਹਿੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਜੋ ਵੰਜੈ ਡੀਹੜਾ, ਡੀਹੜਾ ਦਾ ਅਰਥ ਹੁੰਦਾ ਦਿਹਾੜਾ, ਇੱਕ ਦਿਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਜਿਹੜਾ ਯਤਨ ਤੇਰਾ ਇਸ ਤਰਫ ਲੱਗੇਗਾ ਉਹ ਦਿਨ ਦੇ ਨਾਲ ਉਮਰ ਤਾਂ ਭਾਵੇਂ ਘਟਣੀ ਹੈ, ਪਰ ਤੇਰੇ ਜੀਵਨ 'ਚ ਜੀਵਨ ਦੀ ਉਚਾਈ ਵੱਧਦੀ ਜਾਵੇਗੀ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ। ਹੁਣ ਇਸ ਤੋਂ ਅਗਲੇ ਸ਼ਲੋਕਾਂ ਦੇ ਵਿੱਚ ਜੋ ਬਾਬਾ ਫਰੀਦ ਸਾਹਿਬ ਜੀ ਨੇ 90, 91, 92 ਸ਼ਲੋਕਾਂ ਦੇ ਵਿੱਚ ਜੋ ਲਗਾਤਾਰ ਜ਼ਿਕਰ ਕੀਤਾ ਹੈ, ਇਹ 3 ਸ਼ਲੋਕ ਹਨ। ਇਹਨਾਂ 3 ਸ਼ਲੋਕਾਂ ਦੇ ਵਿੱਚ ਪਹਿਲਾ ਸ਼ਲੋਕ ਉਹ ਹੈ ਜਿਸ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਇਹ ਭਾਵ ਅੰਕਿਤ ਕੀਤੇ ਹਨ ਕਿ ਮਨੁੱਖ ਦੀ ਸਾਧਨਾ ਸਿਖਰ 'ਤੇ ਚਲੀ ਗਈ।
ਹੱਦ ਤੋਂ ਵੀ ਪਾਰ ਹੋ ਗਈ ਅਤੇ ਉਹਦੀ ਸਾਧਨਾ ਸਿਖਰ 'ਤੇ ਚਲੀ ਗਈ, ਪਰ ਉਹਨੂੰ ਉਸ ਪਰਮ ਆਨੰਦ ਦੀ, ਜੀਵਨ ਦੇ ਪਰਮ ਰਸ ਦੀ ਪ੍ਰਾਪਤੀ ਨਾ ਹੋਈ। ਅਤੇ ਉਹਨੇ ਫਿਰ ਆਪਣੇ ਸਾਧਨਾ ਦੇ ਉੱਪਰ ਇੱਕ ਸ਼ੱਕ ਕੀਤਾ, ਜਾਂ ਸਾਧਨਾ ਦੇ ਉੱਪਰ ਇੱਕ ਕੁਐਸਚਨ ਮਾਰਕ ਲਗਾਇਆ ਕਿ ਕੀ ਇੰਨੀ ਜ਼ਿਆਦਾ ਸਾਧਨਾ ਸਿਖਰ 'ਤੇ ਕਰਕੇ ਆਇਆ ਹਾਂ, ਸਾਰਾ ਕੁਝ ਤਿਆਗਿਆ ਹੈ, ਆਪਣਾ ਮਨ, ਬੁੱਧ, ਸੁਰਤ ਸਾਰਾ ਕੁਝ ਪਵਿੱਤਰ ਕਰ ਲਿਆ ਹੈ, ਇੰਨਾ ਕੁਝ ਕਰਨ ਤੋਂ ਬਾਅਦ ਵੀ ਰੱਬ ਦੀ ਮਿਹਰ ਨਹੀਂ ਮਿਲ ਰਹੀ, ਅਤੇ ਇਹਦਾ ਮਤਲਬ ਸਾਡੀ ਕੋਈ ਕਿਸਮਤ ਦੇ ਵਿੱਚ ਨੁਕਸ ਹੈ। ਪਹਿਲੇ ਸ਼ਲੋਕ 'ਚ ਇਹ ਭਾਵ ਹਨ। ਫਿਰ ਦੂਜੇ ਸ਼ਲੋਕ ਦੇ ਵਿੱਚ ਇਸ ਭਾਵ ਦੀ ਬਜਾਏ ਪ੍ਰੇਮ ਜਾਗਦਾ ਹੈ, ਅਤੇ ਫਿਰ ਪ੍ਰੇਮ ਆਖਦਾ ਹੈ ਕਿ ਜੇ ਪ੍ਰੇਮ ਦੇ ਵਿੱਚ ਚੱਲਦਿਆਂ ਇੰਨਾ ਕੁਝ ਕੁਰਬਾਨ ਹੋ ਗਿਆ ਜਾਂ ਤਿਆਗ ਕਰਨਾ ਪਿਆ ਤਾਂ ਕੋਈ ਬਾਤ ਨਹੀਂ, ਘੱਟੋ ਘੱਟ 2 ਨੇਤਰ ਬਚੇ ਰਹਿਣੇ ਚਾਹੀਦੇ ਹਨ ਤਾਂ ਕਿ ਮਿਲਾਪ ਦੀ ਇੱਛਾ ਪੂਰੀ ਹੋ ਸਕੇ। ਅਤੇ ਫਿਰ ਤੀਜੇ ਸ਼ਲੋਕ ਵਿੱਚ ਉਹਨਾਂ ਦਾ ਸਿਖਰ ਬਣ ਜਾਂਦਾ ਹੈ ਕਿ ਜਿਸ ਮਿਲਾਪ ਨੂੰ ਇਹਨਾਂ ਅੱਖਾਂ ਦੇ ਨਾਲ ਦੇਖਣਾ ਚਾਹੁੰਦੇ ਸਨ ਸਰਗੁਣੀ ਰੂਪ ਦੇ ਵਿੱਚ, ਉਸ ਪਰਮ ਅਕਾਲ ਪੁਰਖ ਦੀ, ਅੱਲਾਹ ਤਾਲਾ ਦੇ ਨੂਰ ਦਾ ਸਾਰਾ ਪ੍ਰਕਾਸ਼ ਅੰਦਰੋਂ ਹੀ ਨਜ਼ਰ ਆ ਜਾਂਦਾ ਹੈ। ਤਿੰਨਾਂ ਸ਼ਲੋਕਾਂ ਦੀ ਅਵਸਥਾ ਇਹ ਇਕੱਠੀ ਤਾਂ ਅੰਕਿਤ ਕੀਤੀ ਹੈ ਕਿ ਲੜੀਬੱਧਤਾ ਬਣੀ ਰਹੇ। ਬਾਬਾ ਫਰੀਦ ਸਾਹਿਬ ਜੀ ਪਹਿਲੇ ਸ਼ਲੋਕ ਵਿੱਚ ਜ਼ਿਕਰ ਕਰਦੇ ਹਨ, ਫਰੀਦਾ ਤਨ ਸੁੱਕਾ ਪਿੰਜਰ ਥੀਆ। ਜੇ ਅਸੀਂ ਬਾਬਾ ਫਰੀਦ ਸਾਹਿਬ ਜੀ ਦੀ ਇਤਿਹਾਸਕ ਤੌਰ 'ਤੇ ਜੀਵਨੀ ਪੜ੍ਹੀਏ, ਉਹਨਾਂ ਦੀਆਂ 3-4 ਪੁਸਤਕਾਂ ਮਿਲਦੀਆਂ ਨੇ, ਜਿਹਦੇ ਵਿੱਚ ਖੈਰੁਲ ਮਜਾਲਿਸ, ਫਵਾਇਦੁਲ ਫਵਾਦ, ਸਿਆਰੁਲ ਔਲੀਆ, ਇਹਨਾਂ 3 ਪੁਸਤਕਾਂ ਦੇ ਵਿੱਚ ਉਹਨਾਂ ਦਾ ਆਰੰਭਕ ਜੀਵਨ ਮਿਲਦਾ ਹੈ। ਤਾਂ ਇਸ ਦੇ ਵਿੱਚ ਕਿਤੇ ਕਿਤੇ ਇਹ ਵੀ ਜ਼ਿਕਰ ਮਿਲਦਾ ਕਿ ਬਾਬਾ ਫਰੀਦ ਸਾਹਿਬ ਜੀ ਬੜੀ ਕਰੜੀ ਕਿਸਮ ਦੀ ਰਿਆਜ਼ਤ ਭਾਵ ਬੰਦਗੀ ਕਰਦੇ ਸਨ। ਅਤੇ ਇਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਉਹ ਸਾਰੇ ਮਤਲਬ ਜੀਵਨ ਦੇ ਉਹਨਾਂ ਬੜਾ ਹਿੱਸਾ ਆਪਣੇ ਜੀਵਨ ਦਾ ਰੋਜ਼ਿਆਂ ਵਿੱਚ ਬਤੀਤ ਕੀਤਾ। ਇੱਕ ਤਾਂ ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਰੋਜ਼ੇ ਰੱਖਣੇ ਹੁੰਦੇ ਨਾ, ਉਹਨਾਂ ਦਾ ਦੀਨੀ ਕਰਮ ਹੈ। ਵੈਸੇ ਵੀ ਉਹ ਜਦੋਂ ਆਪਣੇ ਆਪ ਨੂੰ ਸ਼ੁੱਧ ਕਰਨ ਦੇ ਲਈ ਅਕਸਰ ਜਿਹੜਾ ਬਾਬਾ ਫਰੀਦ ਸਾਹਿਬ ਜੀ ਰੋਜ਼ਾ ਰੱਖਦੇ ਸਨ, ਅਤੇ ਰੋਜ਼ਾ ਇਫਤਾਰ ਕਰਨ ਤੋਂ ਬਾਅਦ, ਖੋਲ੍ਹਣ ਤੋਂ ਬਾਅਦ ਇੱਕ ਜਿਹੜਾ ਗਲਾਸ ਸ਼ਰਬਤ ਦਾ ਲੈਣਾ ਅਤੇ ਕੁਦਰਤੀ ਇੱਕ ਪ੍ਰਸ਼ਾਦਾ, ਇੰਨਾ ਕੁ ਉਹਨਾਂ ਦੇ ਜੀਵਨ ਦਾ ਜਿਹੜਾ ਸੀ ਆਹਾਰ ਸੀ। ਇਸ ਆਹਾਰ ਨੂੰ ਕਰਦਿਆਂ ਕਰਦਿਆਂ ਉਹਨਾਂ ਦੇ ਜੀਵਨ ਦੀ ਹਾਲਤ ਜਿਹੜੀ ਹੈ ਬੜੀ ਪਤਲੀ ਹੋ ਗਈ, ਭਾਵ ਕਿ ਸਰੀਰਕ ਤੌਰ 'ਤੇ ਬੜੇ ਕਮਜ਼ੋਰ ਹੋ ਗਏ, ਲਿੱਸੇ ਹੋ ਗਏ। ਤਾਂ ਇਹ ਇੱਕ ਹਾਲਤ ਉਹਨਾਂ ਦੇ ਸ਼ਲੋਕਾਂ ਵਿੱਚ ਕਹੀ ਜਾਂਦੀ, ਪਰ ਮੈਂ ਕੇਵਲ ਆਪ ਦੇ ਨਾਲ ਅਧਿਆਤਮਿਕ ਅਰਥ ਹੀ ਅਰਜ਼ ਕਰਾਂਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤਨ ਸੁੱਕਾ। ਤਨ ਸੁੱਕਾ ਦਾ ਭਾਵ ਇਹ ਹੈ ਕਿ ਮਨ ਜਿੰਨੇ ਤਰ੍ਹਾਂ ਦੀਆਂ ਵਾਸਨਾਵਾਂ ਦੀ ਮੰਗ ਕਰਦਾ ਸੀ, ਇਹ ਜਿਹੜੇ ਹਨ ਗਿਆਨ ਇੰਦਰੀ, ਕਰਮ ਇੰਦਰੀ ਸੁਕਾ ਦਿੱਤੇ ਹਨ। ਹੁਣ ਕੁਦਰਤੀ ਹੈ, ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤਨ ਸੁੱਕਾ ਦਾ ਮਤਲਬ ਹੈ ਅੱਖਾਂ ਦੇਖਣ ਦਾ, ਰੂਪ ਦੀ ਮੰਗ ਕਰਦੀਆਂ ਸਨ। ਇਹਨਾਂ ਦੇ ਅੰਦਰੋਂ ਰੋਜ਼ਾਨਾ ਇਹਨਾਂ ਨੂੰ ਕਠਿਨ ਸਾਧਨਾ ਦੇ ਨਾਲ ਮੁੰਦ ਕੇ ਇਹਨਾਂ ਦੇ ਅੰਦਰੋਂ ਇਹ ਭਾਵ ਹੀ ਖਤਮ ਕਰ ਦਿੱਤਾ। ਹੁਣ ਇਹਨਾਂ ਨੂੰ ਜਿਹੜਾ ਹੈ ਨਾਰੀ ਪੁਰਖ ਦਾ ਵੀ ਭੇਦ ਨਹੀਂ ਸਮਝ ਰਿਹਾ, ਵਾਸਨਾ ਅਤੇ ਪਵਿੱਤਰਤਾ ਦਾ ਵੀ ਇਹਨਾਂ ਵਿੱਚ ਫਰਕ ਨਹੀਂ ਰਿਹਾ, ਬਿਲਕੁਲ ਸਮ ਹੋ ਗਏ ਹਨ। ਉਸ ਤੋਂ ਅੱਗੇ ਜਿਹੜਾ ਸ਼ਰਵਣ ਹੈ ਸਾਡਾ ਸੁਣਨਾ, ਉਹ ਇੰਨਾ ਜ਼ਿਆਦਾ ਇਕਾਗਰ ਹੋ ਗਿਆ ਹੈ, ਉਹਦੇ ਵਿੱਚ ਬੁਰੇ ਭਲੇ ਦੀ ਨਿੰਦਿਆ, ਉਸਤਤ ਦੀ ਪ੍ਰਤੀਤ ਦੋਵੇਂ ਬਰਾਬਰ ਉੱਡ ਗਈਆਂ ਹਨ, ਇੱਕ ਸਮਾਨ ਹੋ ਗਏ ਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤਨ ਸੁੱਕਾ ਦਾ ਭਾਵ ਹੈ ਕਿ ਜੀਵਨ ਦੇ ਅੰਦਰੂਨੀ ਅਤੇ ਬਾਹਰੀ ਹਿੱਸੇ ਜਿਸ ਜਿਸ ਤਰ੍ਹਾਂ ਦੀ ਸੰਸਾਰਕ ਮੰਗ ਕਰਦੇ ਸਨ, ਉਹਨਾਂ ਨੂੰ ਸਾਰਿਆਂ ਦੀ ਤਰਫੋਂ ਰੋਕ ਦਿੱਤਾ ਹੈ। ਜ਼ੁਬਾਨ ਨੂੰ ਸਵਾਦਾਂ ਦੀ ਤਰਫ ਰੋਕਿਆ ਹੈ, ਇੰਦਰੀਆਂ ਨੂੰ ਵਿਕਾਰਾਂ ਦੇ ਸਵਾਦਾਂ ਦੀ ਤਰਫੋਂ ਰੋਕਿਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਜ ਦਾ ਜੀਵਨ ਜਿਉਂਦਿਆਂ ਜਿਉਂਦਿਆਂ ਸੁੱਕਾ। ਸੁੱਕਾ ਦਾ ਭਾਵ ਹੈ ਕਿ ਹੁਣ ਇਹਦੇ ਅੰਦਰ ਕੋਈ ਉਸ ਤਰ੍ਹਾਂ ਦਾ ਜੀਵਨ ਪੁੰਗਰਨ ਦਾ ਕੋਈ ਅੰਸ਼ ਬਾਕੀ ਨਹੀਂ। ਤਨ ਸੁੱਕਾ ਦਾ ਭਾਵ ਹੁਣ ਜਿਹੜੇ ਸੂਫੀ ਹਨ, ਉਹਨਾਂ ਨੇ ਆਪਣੀ ਸਾਧਨਾ ਦੋਹਰੇ ਢੰਗ ਦੀ ਬਣਾਈ ਹੋਈ ਹੈ। ਉਹ ਕਹਿੰਦੇ ਇੱਕ ਤਰਫ ਅੱਲਾਹ ਤਾਲਾ ਦੀ ਇਬਾਦਤ ਕਰਕੇ ਮਨ ਦੀ ਸਾਧਨਾ ਕਰੋ, ਦੂਜੇ ਤਰਫ ਜਿਹੜੇ ਧਰਮ ਦੇ ਰੋਜ਼ੇ, ਸ਼ਰੀਅਤ ਆਦਿਕ ਦੇ ਕਰਮ ਹਨ, ਉਹਨਾਂ ਦੇ ਨਾਲ ਆਪਣੇ ਸਰੀਰ ਦੀ ਸਾਧਨਾ ਕਰੋ। ਕਿਉਂਕਿ ਉਹ ਮੰਨਦੇ ਹਨ ਕਿ ਜਿਤਨੀ ਸਰੀਰ ਵਿੱਚ ਊਰਜਾ ਪੈਦਾ ਹੁੰਦੀ ਹੈ, ਇੰਨੀ ਊਰਜਾ ਜੇ ਮਨੁੱਖ ਬੰਦਗੀ ਦੇ ਕਰਮ ਲਈ ਖਪਤ ਨਹੀਂ ਕਰੇਗਾ ਅਤੇ ਕਦੇ ਨਾ ਕਦੇ ਉਸ ਊਰਜਾ ਨੇ ਆਪਣਾ ਜਿਹੜਾ ਵਹਿਣ ਹੈ ਉਹ ਵਿਕਾਰਾਂ ਦੀ ਤਰਫ ਚੁਣ ਲੈਣਾ ਹੈ। ਇਸ ਕਰਕੇ ਜਿਹੜੇ ਵੱਡੇ ਅਧਿਆਤਮਿਕ ਪੁਰਖ ਨੇ, ਉਹਨਾਂ ਦੇ ਜੀਵਨ ਦੇ ਵਿੱਚ ਆਹਾਰ ਦਾ ਵੀ ਇੱਕ ਨੇਮ ਨਿਸ਼ਚਿਤ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਧਨਾ ਕਰਦਿਆਂ ਕਰਦਿਆਂ ਪਦਾਰਥਾਂ ਦੇ ਭੋਗ ਤਿਆਗੇ, ਵਿਸ਼ਿਆਂ ਵਿਕਾਰਾਂ ਦੀ ਵਾਨਸਾ ਦੀਆਂ ਜਿਹੜੀਆਂ ਸੂਖਮ ਕਿਸਮ ਦੀ ਮਾਨਸਿਕਤਾ ਮੰਗ ਕਰਦੀ ਸੀ, ਉਹ ਵੀ ਸਾਰੀ ਤਿਆਗੀ ਹੈ। ਅਤੇ ਹੁਣ ਇਸ ਤਨ ਦੇ ਵਿੱਚ
ਕਿਸੇ ਤਰ੍ਹਾਂ ਦੇ ਸਵਾਦਾਂ ਵਿਕਾਰਾਂ ਦੇ ਵਾਸ਼ਨਾ ਦਾ ਭਾਵ ਨਹੀਂ, ਇਸ ਕਰਕੇ ਤਨ ਸੁੱਕਾ ਹੈ। ਅੱਗੇ ਆਖਦੇ ਨੇ ਪਿੰਜਰ ਥੀਆ। ਹੁਣ ਕੁਦਰਤੀ ਹੈ, ਸਰੀਰ ਦੇ ਵਿੱਚੋਂ ਬਲ ਮੁੱਕ ਜਾਵੇ ਤਾਂ ਸਰੀਰ ਪਿੰਜਰ ਵਰਗਾ ਰਹਿ ਜਾਂਦਾ। ਪਿੰਜਰ ਦਾ ਮਤਲਬ ਕੇਵਲ ਹੱਡੀਆਂ ਦਾ ਢਾਂਚਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਰੇ ਵਿਸ਼ੇ ਵਿਕਾਰਾਂ ਦੀ ਵਾਸਨਾ ਅੰਦਰੋਂ ਸੁਕਾ ਦਿੱਤੀ ਹੈ ਅਤੇ ਹੁਣ ਸਰੀਰ ਪਿੰਜਰ ਥੀਆ ਦਾ ਭਾਵ ਇਹ ਹੈ ਕਿ ਕੇਵਲ ਬਿਰਹਾ ਜੀਵਨ ਦੇ ਵਿੱਚ ਲੱਗਾ ਹੋਇਆ, ਕਿ ਅੰਦਰ ਹੋਰ ਕੁਝ ਵੀ ਨਹੀਂ ਹੈ। ਹੁਣ ਜੀਵਨ ਜਿਹੜਾ ਹੈ ਪਿੰਜਰ ਦੇ ਆਧਾਰ 'ਤੇ ਬਾਕੀ ਜੀਵਨ ਖੜ੍ਹਾ ਹੈ ਸਰੀਰ। ਕਹਿੰਦੇ ਹੁਣ ਕੇਵਲ ਇਸ ਬਿਰਹੇ ਦੇ ਆਧਾਰ 'ਤੇ ਜੀਵਨ ਖੜ੍ਹਾ ਹੈ। ਬਿਰਹੇ ਦਾ ਭਾਵ ਕਿ ਮਿਲਾਪ ਦੀ ਮਨ ਦੇ ਅੰਦਰ ਇੱਛਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਹੈ ਸਾਡੀ ਅਵਸਥਾ, ਕਿ ਜਿਹੜੀ ਭਗਤੀ ਦੇ ਵਿੱਚ, ਜਿਵੇਂ ਆਪ ਜੀ ਸੂਫੀਆਂ ਦੇ ਬਾਰੇ ਪੜ੍ਹੋ ਤਾਂ ਉਹਨਾਂ ਦੇ ਵਿੱਚ 4 ਪੜਾਅ ਮਿਲਦੇ ਨੇ: ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ। ਉਹਨਾਂ ਦਾ ਇੱਕ ਉਹਨਾਂ ਨੇ ਇਹ ਵੀ ਬਣਾਇਆ ਹੋਇਆ ਜਿਹਦੇ ਵਿੱਚ ਨਾਸੂਤ, ਜਬਰੂਤ, ਮਲਕੂਤ ਅਤੇ ਇਸ ਤਰ੍ਹਾਂ ਲਾਹੂਤ। ਤਾਂ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਸਾਡੀ ਸਾਧਨਾ ਕੀ ਸੀ? ਤਨ ਸੁੱਕਾ। ਕਿਹਾ ਸੀ ਕਿ ਤਨ ਨੂੰ ਪਵਿੱਤਰ ਕਰੋ, ਮੰਦੇ ਕਰਮਾਂ ਦੀ ਤਰਫੋਂ ਸੰਪੂਰਨ ਤੌਰ 'ਤੇ ਹਟਾਇਆ। ਫਿਰ ਤਨ ਦੇ ਅੰਦਰ ਜਿਹੜਾ ਮਨ ਸੀ, ਬੁੱਧੀ ਸੀ, ਇਸ ਸਾਰੇ ਨੂੰ ਮਾਰ ਕੇ ਸ਼ੁੱਧ ਕੀਤਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪਣੇ ਸਰੀਰ ਨੂੰ ਪਿੰਜਰ ਬਣਾ ਲਿਆ, ਭਾਵ ਕਿ ਬਿਰਹੇ ਦਾ ਰੂਪ ਬਣਾ ਲਿਆ, ਕਿ ਕੇਵਲ ਬਿਰਹਾ ਹੀ ਇਹਦੇ ਵਿੱਚ ਵਿਛੋੜੇ ਦਾ ਸੱਲ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਾਡੀ ਸਾਧਨਾ ਸੀ। ਪਰ ਦੂਜੀ ਤਰਫ ਇੱਕ ਹੋਰ ਨੇਮ ਚੱਲ ਰਿਹਾ, ਉਹ ਕੀ ਹੈ? ਤਲੀਆਂ ਖੁੰਡੇ ਕਾਗ। ਇੱਕ ਵਾਰੀ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਬੰਦਗੀ ਵਿੱਚ ਬੈਠਿਆਂ, ਕਿਉਂਕਿ ਸਰੀਰਕ ਤੌਰ 'ਤੇ ਵੀ ਬਿਰਧ ਸਨ ਅਤੇ ਬੰਦਗੀ ਦੇ ਵਿੱਚ ਇੰਨੇ ਕਮਜ਼ੋਰ ਹੋ ਗਏ ਕਿ ਸਰੀਰ ਪਿੰਜਰ ਵਰਗਾ ਬਣ ਗਿਆ। ਅਤੇ ਕਹਿੰਦੇ ਕੁਦਰਤੀ ਕਿਸੇ ਕਾਂ ਆਦਿਕ ਨੇ ਦੇਖਿਆ ਕਿ ਸ਼ਾਇਦ ਕੋਈ ਰੁੱਖ ਆਦਿਕ ਵਰਗਾ ਕੋਈ ਬਣਿਆ ਹੋਇਆ ਤਣਾ ਆਦਿਕ, ਅਤੇ ਉਹਨੇ ਆ ਕੇ ਚੁੰਝ ਮਾਰੀ। ਅਤੇ ਜਦੋਂ ਚੁੰਝ ਮਾਰੀ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਅੰਦਰ ਵੈਰਾਗ ਉਪਜਿਆ, ਅਤੇ ਉਸ ਵੈਰਾਗ ਦੇ ਸਦਕਾ ਬਾਬਾ ਫਰੀਦ ਸਾਹਿਬ ਜੀ ਆਖਦੇ ਤਲੀਆਂ ਖੁੰਡੇ ਕਾਗ, ਕਿ ਹੱਥਾਂ ਪੈਰਾਂ ਦੀਆਂ ਤਲੀਆਂ ਨੂੰ ਕਾਂ ਜਿਹੜੇ ਹਨ ਠੁੰਗਦੇ ਫਿਰਦੇ ਹਨ, ਭਾਵ ਕਿ ਮੌਤ ਦਾ ਜਿਹੜਾ ਕਾਲ ਰੂਪ ਹੈ। ਹੁਣ ਇੱਥੇ ਕਾਂ ਦਾ ਰੂਪ ਕਿਉਂ ਵਰਤਿਆ ਬਾਬਾ ਫਰੀਦ ਸਾਹਿਬ ਜੀ ਨੇ? ਕਿ ਕਾਂ ਦਾ ਰੰਗ ਅਤੇ ਕਾਂ ਦੀ ਕਿਰਿਆ, ਇਹ ਦੋਵੇਂ ਮੌਤ ਨੂੰ ਅੰਕਿਤ ਕਰਨ ਦੇ ਲਈ ਬੜੇ ਸਾਜ਼ਗਾਰ ਹਨ, ਕਿਉਂਕਿ ਉਹ ਕਾਲਾ ਹੈ ਅਤੇ ਦੂਜਾ ਉਹਦਾ ਠੁੰਗਣਾ ਹੈ। ਜਦੋਂ ਕਿਸੇ ਚੀਜ਼ ਨੂੰ ਠੁੰਗਦਾ ਹੈ ਅਤੇ ਉਹਨੂੰ ਲਗਭਗ ਤੋੜ ਦਿੰਦਾ ਹੈ ਜਾਂ ਖਿਲਾਰ ਦਿੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਜੀਵਨ ਦੇ ਵਿੱਚ ਮੌਤ ਦੀ ਗਤੀ ਚੱਲ ਰਹੀ ਹੈ, ਉਹ ਇੱਕ ਪਾਸੇ ਜੀਵਨ ਨੂੰ ਮੁਕਾਈ ਜਾ ਰਹੀ ਹੈ। ਕਹਿੰਦੇ ਅਸੀਂ ਤਾਂ ਆਪਣੇ ਤਲ 'ਤੇ ਮਨ ਨੂੰ ਵਾਸਨਾ ਤੋਂ, ਵਿਕਾਰਾਂ ਤੋਂ, ਸਭ ਤਰ੍ਹਾਂ ਤੋਂ ਮੁਕਤ ਕਰਕੇ ਸ਼ੁੱਧ ਕਰ ਲਿਆ ਅਤੇ ਜੀਵਨ ਦੇ ਵਿੱਚ ਆਪਣੇ ਸਰੀਰ ਨੂੰ ਪਿੰਜਰ ਭਾਵ ਬਿਰਹੇ ਦਾ ਰੂਪ ਹੀ ਬਣਾ ਲਿਆ। ਪਰ ਕਹਿੰਦੇ ਦੂਜੀ ਤਰਫ ਕਾਲ ਦੀ ਗਤੀ ਵੀ ਚੱਲ ਰਹੀ ਹੈ ਅਤੇ ਉਹ ਸਾਡੇ ਜੀਵਨ ਨੂੰ ਠੁੰਗਦੀ ਫਿਰਦੀ ਹੈ, ਭਾਵ ਕਿ ਜਦੋਂ ਤਨ ਸੁੱਕਾ ਇੰਜ ਲੱਗਦਾ ਹੈ ਕਿ ਹੁਣ ਪ੍ਰਾਣ ਖਤਮ ਹੋ ਜਾਣਗੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਜ ਦਾ ਜੀਵਨ ਦੇਖ ਕੇ ਜਦੋਂ ਹੁਣ ਕਾਂ ਨੇ ਆ ਕੇ ਠੁੰਗਿਆ ਹੈ ਪੈਰਾਂ ਨੂੰ, ਤਾਂ ਇਉਂ ਪ੍ਰਤੀਤ ਹੋਇਆ ਕਿ ਸ਼ਾਇਦ ਜੀਵਨ ਦੀ ਸਮਾਪਤੀ ਨੇੜੇ ਹੈ ਅਤੇ ਉਹਨਾਂ ਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ। ਅਜੈ ਸੋ ਰੱਬ ਨਾ ਬਾਹੁੜਿਓ, ਦੇਖ ਬੰਦੇ ਕੇ ਭਾਗ। ਕਹਿੰਦੇ ਦੁਨੀਆ ਦੇ ਵਿੱਚ ਸੁਣਿਆ ਸੀ ਕਿ ਇੰਜ ਦੀ ਸਾਧਨਾ ਕਰੀਏ, ਮਾਇਆ ਦੇ ਭੋਗਾਂ ਦੀ ਤਰਫੋਂ ਮਨ ਹਟਾ ਲਈਏ, ਕਾਮਨਾਵਾਂ ਤੋਂ, ਇੱਛਾਵਾਂ ਤੋਂ ਆਪਣੇ ਆਪ ਨੂੰ ਖਾਲੀ ਕਰ ਲਈਏ, ਭਗਤੀ ਦੇ ਸ਼ੁਭ ਗੁਣਾਂ ਦੇ ਨਾਲ ਆਪਣੇ ਆਪ ਨੂੰ ਭਰ ਲਈਏ ਅਤੇ ਫਿਰ ਮਾਲਕ ਦਾ ਜਿਹੜਾ ਮਿਲਾਪ ਹੋ ਜਾਂਦਾ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਨੀ ਸਿਖਰ ਦੀ ਅਵਸਥਾ ਕਰਕੇ ਵੀ ਅਜੇ ਜੀਵਨ ਦੇ ਵਿੱਚ ਹੁਣ ਮੌਤ ਨੇੜੇ ਆ ਰਹੀ ਹੈ, ਪਰ ਜਿਹੜਾ ਜੀਵਨ ਦੇ ਵਿੱਚ ਅੱਲਾਹ ਤਾਲਾ ਦਾ ਦਰਸ਼ਨ ਕਰਨਾ ਉਹ ਸੰਭਵ ਨਹੀਂ। ਇਸ ਕਰਕੇ ਅਜੈ ਸੋ ਰੱਬ ਨਾ ਬਾਹੁੜਿਓ, ਕਿ ਇੰਨਾ ਯਤਨ ਕਰਨ ਦੇ ਬਾਵਜੂਦ ਵੀ ਮਾਲਕ ਪਿਰ ਦੀ ਪ੍ਰਾਪਤੀ ਨਹੀਂ। ਤਾਂ ਆਖਦੇ ਹਨ ਦੇਖ ਬੰਦੇ ਕੇ ਭਾਗ, ਕਿ ਮਨੁੱਖ ਦੀ ਕਿਸਮਤ ਦੇਖੋ ਕਿ ਪਤਾ ਨਹੀਂ ਅਜੇ ਕਿਹੜਾ ਯਤਨ ਬਾਕੀ ਹੈ ਜਿਹਦੇ ਨਾਲ ਇਹ ਅੱਲਾਹ ਤਾਲਾ ਦੇ ਨਾਲ ਅਭੇਦ ਹੋ ਜਾਵੇ। ਜੀਵਨ ਦੇ ਵਿੱਚ ਇੰਜ ਦੇ ਵੈਰਾਗ ਦਾ ਉਪਜਣਾ ਬੜਾ ਪਵਿੱਤਰ ਕਿਸਮ ਦਾ ਵੈਰਾਗ ਜੇ ਕਦੇ ਜ਼ਿੰਦਗੀ 'ਚ ਪੈਦਾ ਹੋਵੇ, ਪਰ ਹੁੰਦਾ ਨਹੀਂ, ਸਮੱਸਿਆ ਹੈ। ਹੁਣ ਇਹ ਪਵਿੱਤਰ ਕਿਸਮ ਦਾ ਵੈਰਾਗ ਪੈਦਾ ਹੋਣ ਦਾ ਮਤਲਬ ਕੀ ਹੈ? ਅਸੀਂ ਕਾਰੋਬਾਰੀ ਸੰਸਾਰਿਕ ਤਲ 'ਤੇ ਜਿਉਂਦੇ ਹਾਂ ਨਾ, ਜਿਵੇਂ ਦਾ ਸਮਾਂ ਚੱਲ ਰਿਹਾ, ਸਾਡੀਆਂ ਬੜੀਆਂ ਬਣਾਈਆਂ ਯੋਜਨਾਵਾਂ ਜਿਹੜੀਆਂ ਸਿਰੇ ਨਹੀਂ ਚੜ੍ਹ ਰਹੀਆਂ, ਜਾਂ ਸਾਨੂੰ ਕਿਸੇ ਨਾ ਕਿਸੇ ਪੱਖ ਤੋਂ ਜਿਹੜਾ ਨਿਰੰਤਰ ਹਾਨੀ ਹੋਈ ਜਾ ਰਹੀ ਹੈ। ਤਾਂ ਇਸ ਗੱਲ ਨੂੰ ਜਦੋਂ ਅਸੀਂ ਕਦੇ ਬੈਠ ਕੇ ਵਿਚਾਰਦੇ ਹਾਂ ਤਾਂ ਮਨ ਦੁਖਤ ਹੁੰਦਾ ਹੈ ਕਿ ਸਾਡਾ ਚਿਤਵਿਆ, ਸਾਡਾ ਸਿਰਜਿਆ ਜਾਂ ਸਾਡਾ ਕਲਪਿਆ ਹੋਇਆ ਕੋਈ ਖਿਆਲ
ਕਿ ਬੜਾ ਲੰਮੇ ਸਮੇਂ ਦੀ ਟਰਮ ਤੋਂ ਪੂਰਾ ਨਹੀਂ ਹੋ ਰਿਹਾ, ਅਸੀਂ ਦੁੱਖ ਧੁੰਨੇ ਹਾਂ। ਇਹ ਹੈ ਸੰਸਾਰਿਕ ਤਲ ਦੀ ਦਿਸ਼ਾ, ਅਤੇ ਇਹਦੇ ਵਿੱਚ ਸਾਡਾ ਯਤਨ ਕਈ ਵਾਰੀ ਉਹਨਾਂ ਅਸੀਂ ਪੂਰੀ ਸ਼ਿੱਦਤ ਨਾਲ ਨਹੀਂ ਲਾਇਆ ਹੁੰਦਾ। ਕੁਦਰਤੀ ਇੱਕ ਪਤਾ ਹੁੰਦਾ ਕਿ ਇੰਨੇ ਕੁ ਸਿਲਸਿਲੇ ਨਾਲ ਕਾਰਜ ਪੂਰਾ ਹੋ ਜਾਏਗਾ। ਪਰ ਜਿਹੜਾ ਭਗਤ ਹੈ, ਬਾਬਾ ਫਰੀਦ ਸਾਹਿਬ ਜੀ ਨੇ ਉਹਨੂੰ ਅੰਕਿਤ ਵੀ ਕੀਤਾ ਹੈ ਤਨ ਸੁੱਕਾ। ਮਤਲਬ ਦੇਖੋ, ਸਰੀਰ ਦੇ ਭੋਗਾਂ ਦੀ ਇੱਛਾ ਨੂੰ ਕਿੰਨਾ ਜ਼ਿਆਦਾ ਮਾਰਿਆ ਹੋਏਗਾ। ਖਾਣ ਦਾ ਨਹੀਂ, ਪੀਣ ਦਾ ਨਹੀਂ, ਸੁਣਨ ਦਾ ਨਹੀਂ, ਵਿਚਰਨ ਦਾ ਨਹੀਂ, ਕਿਸੇ ਤਰ੍ਹਾਂ ਦੀ ਮਜਲਿਸ ਵਿੱਚ ਬੈਠਣ ਦਾ ਨਹੀਂ। ਤੇ ਉਸ ਤੋਂ ਅੱਗੇ ਪਿੰਜਰ ਥੀਆ ਦਾ ਮਤਲਬ ਕਿ ਇਕੱਲੀ ਮਾਲਕ ਦੀ ਯਾਦ ਹੀ ਬਾਕੀ ਹੈ, ਹੋਰ ਕੋਈ ਜੀਵਨ ਨਹੀਂ। ਆਪ ਜੀ ਨੇ ਸੁਣਿਆ ਹੋਏਗਾ ਆਰੰਭ 'ਚ ਕਿ ਬਾਬਾ ਫਰੀਦ ਸਾਹਿਬ ਜੀ ਰੱਬੀ ਯਾਦ ਵਿੱਚ ਇੰਨਾ ਜ਼ਿਆਦਾ ਖੋ ਗਏ ਸਨ ਕਿ ਉਹਨਾਂ ਦਾ ਇੱਕ ਪੁੱਤਰ ਚੜ੍ਹਾਈ ਕਰ ਗਿਆ, ਅਤੇ ਉਹਨਾਂ ਦੀ ਪਤਨੀ ਕੋਲ ਆਈ ਅਤੇ ਕਹਿਣ ਲੱਗੇ ਕਿ ਉਹ ਚੜ੍ਹਾਈ ਕਰ ਗਿਆ ਹੈ, ਮਤਲਬ ਫੌਤ ਹੋ ਗਿਆ ਹੈ, ਉਹਦਾ ਕੀ ਕੀਤਾ ਜਾਵੇ। ਅਤੇ ਉਹ ਕਹਿਣ ਲੱਗੇ ਕਿ ਮੈਨੂੰ ਤਾਂ ਆਪਣੀ ਹਾਲਤ ਦੀ ਖਬਰ ਨਹੀਂ, ਮੈਂ ਆਪਣੇ ਪੁੱਤਰ ਦੀ ਹਾਲਤ ਦੀ ਖਬਰ ਕਿਵੇਂ ਰੱਖ ਸਕਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਇਸੇ ਕਰਕੇ ਕਿ ਜ਼ਿਕਰ ਕਰਦੇ ਹਨ ਕਿ ਪਿੰਜਰ ਥੀਆ, ਕਿ ਕੇਵਲ ਰੱਬ ਦੀ ਯਾਦ ਦਾ ਰੂਪ ਹੀ ਹੋ ਜਾਣਾ, ਦੂਜੀ ਕੋਈ ਸੁੱਧ ਨਾ ਰਹਿਣੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਸਿਖਰ 'ਤੇ ਪੁੱਜ ਕੇ ਵੀ ਮਿਲਾਪ ਨਹੀਂ ਪ੍ਰਾਪਤ ਹੋ ਰਿਹਾ, ਅਤੇ ਹੁਣ ਲੱਗਦਾ ਦੇਖ ਬੰਦੇ ਕੇ ਭਾਗ, ਅਤੇ ਆਪਣੀ ਕਿਸਮਤ ਦਾ ਜਾਂ ਆਪਣੇ ਭਾਗ ਦੀ ਪਛਾਣ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਫਿਰ ਖੋਟ ਰਹਿ ਗਈ ਜਾਂ ਇਹਦੇ ਵਿੱਚ ਕੋਈ ਕਮੀ ਰਹਿ ਗਈ, ਕਿ ਤਾਂ ਕਰਕੇ ਮਿਲਾਪ ਨਹੀਂ ਹੋਇਆ। ਨਹੀਂ ਤਾਂ ਦੁਨੀਆ ਨੇ ਤਾਂ ਕਿਹਾ ਤੇ ਇੰਜ ਦੇ ਕਰਮ ਕਰੋ, ਜਾਂ ਧਾਰਮਿਕ ਪੁਰਖਾਂ ਨੇ ਕਿਹਾ ਵੀ ਇੰਜ ਦੀ ਸਾਧਨਾ ਕਰੋ ਅਤੇ ਮਿਲਾਪ ਹੋਏਗਾ ਹੀ ਹੋਏਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਨਾ ਕੁਝ ਕਰਨ ਦੇ ਬਾਅਦ ਵੀ ਅੱਲਾਹ ਤਾਲਾ ਦਾ ਮਿਲਾਪ ਖੁਦਾ ਦੇ ਨੂਰ ਨਾਲ ਪੂਰੀ ਤਰ੍ਹਾਂ ਭੇਦ ਨਹੀਂ ਹੋਇਆ ਗਿਆ। ਇਹ ਜੀਵਨ ਦੇ ਵਿੱਚ ਇਹਨੂੰ ਪਵਿੱਤਰ ਕਿਸਮ ਦਾ ਵਿਰਾਗ ਹੈ, ਇਸ ਕਰਕੇ ਇਹ ਅਵਸਥਾ ਉਪਜਦੀ ਹੈ। ਹੁਣ ਕੁਦਰਤੀ ਹੈ, ਜਿਹੜੇ ਕਿਸੇ ਜੀਵਨ ਦੇ ਵਿੱਚ ਚੱਲੇ ਹਨ, ਜਿਵੇਂ ਜਿਹੜੇ ਬੰਦੇ ਚੱਲੇ ਨੇ, ਜਿਨ੍ਹਾਂ ਨੇ ਘੱਟੋ ਘੱਟ ਅਧਿਆਤਮਿਕ ਸਾਧਨਾ ਦੇ ਵਿੱਚ ਮੇਰੀ ਜਾਚ 20 ਕੁ ਸਾਲ ਦਾ ਸਮਾਂ ਜਿਨ੍ਹਾਂ ਨੇ ਬਤੀਤ ਕੀਤਾ ਹੁੰਦਾ, ਉਹਨਾਂ ਦੇ ਜੀਵਨ 'ਚ ਇੰਜ ਦਾ ਜੇ ਕਦੇ ਡਾਊਟ ਆ ਵੀ ਜਾਵੇ ਤਾਂ ਇਹ ਬੜੀ ਪਵਿੱਤਰ ਕਿਸਮ ਦਾ ਡਾਊਟ ਹੈ, ਕਿਉਂਕਿ ਘੱਟੋ ਘੱਟ ਉਹ ਸਾਧਨਾ ਦੇ ਸਿਖਰ 'ਤੇ ਜਾ ਕੇ ਇਹ ਗੱਲ ਕਹਿ ਰਹੇ ਹਨ। ਸਾਡੇ ਵਰਗੇ ਮਹੀਨਾ ਕੁ ਸਾਧਨਾ ਕਰਦੇ ਨੇ, 31ਵੇਂ ਦਿਨ ਸਾਡਾ ਜ਼ਿਕਰ ਹੁੰਦਾ ਹੈ ਜੀ, ਸਾਨੂੰ ਤਾਂ ਨਾ ਠਹਿਰਾਓ ਮਿਲਿਆ, ਨਾ ਕੋਈ ਜੀਵਨ 'ਚ ਆਨੰਦ ਆਇਆ, ਨਾ ਕੋਈ ਸਾਡੀ ਕਾਮਨਾ ਹੀ ਪੂਰੀ ਹੋਈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤਨ ਸੁੱਕਾ ਮਤਲਬ ਕਿੰਨੀ ਵੱਡੀ ਸਾਧਨਾ ਹੋਏਗੀ। ਤਾਂ ਕਹਿੰਦੇ ਦੇਖ ਬੰਦੇ ਕੇ ਭਾਗ, ਫਿਰ ਆਪਣੇ ਭਾਗ ਦੀ ਤਰਫ ਤਲਾਸ਼ ਕਰਦੇ ਹਨ ਕਿ ਸ਼ਾਇਦ ਕਿਤੇ ਨਾ ਕੋਈ ਕਮੀ ਰਹਿ ਗਈ ਹੋਵੇ, ਅਤੇ ਇਹ ਚੀਜ਼ ਉਹਨਾਂ ਦੇ ਅੰਦਰ ਵੈਰਾਗ ਪੈਦਾ ਕਰਦੀ ਹੈ। ਅਤੇ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸ। ਤਾਂ ਬਾਬਾ ਫਰੀਦ ਸਾਹਿਬ ਜੀ ਹੁਣ ਕਾਲ ਦੀ ਹਾਲਤ ਦਾ ਇੱਕ ਰੂਪਕ ਬਣਾਉਂਦੇ ਨੇ। ਦੋ ਗੱਲਾਂ ਇਕੱਠੀਆਂ ਹੀ ਸਮਝਣੀਆਂ ਪੈਣਗੀਆਂ। ਇਹ ਪਹਿਲਾ ਭਾਵ ਜਿਹੜਾ ਮੈਂ ਅੰਕਿਤ ਕੀਤਾ ਉਹ ਦੂਸਰਾ ਇਵੇਂ ਹੈ, ਕਾਗਾ ਕਰੰਗ ਢੰਢੋਲਿਆ। ਜਦੋਂ ਸਰੀਰ ਬਿਲਕੁਲ ਮਾਸ ਤੋਂ ਰਹਿਤ ਹੋ ਜਾਵੇ ਨਾ, ਤਾਂ ਉਹ ਕਰੰਗ ਲੱਗਦਾ ਹੈ, ਭਾਵ ਕਿ ਬਿਲਕੁਲ ਹੱਡੀਆਂ ਦਾ ਢਾਂਚਾ ਨਜ਼ਰ ਆਉਣ ਲੱਗ ਪਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਕਾਲ ਰੂਪ ਕਾਂ ਹੈ, ਜਿਹਨੂੰ ਅਸੀਂ ਕਹੋ ਮੌਤ ਨੂੰ ਕਾਂ ਵਾਂਗ ਕਿਹਾ ਹੋਇਆ ਹੈ, ਕਹਿੰਦੇ ਜਿਹੜੀ ਮੌਤ ਕਾਂ ਵਰਗੀ ਹੈ, ਉਹਨੇ ਸਰੀਰ ਦੇ ਹਰ ਇੱਕ ਹਿੱਸੇ ਨੂੰ ਢੰਡੋਲ ਢੰਡੋਲ ਕੇ ਸਗਲਾ ਖਾਇਆ ਮਾਸ। ਕਦੇ ਹੱਡਾ ਰੋੜੀ ਦੇਖਣਾ ਤਾਂ ਜਿਹੜੇ ਜਾਨਵਰ ਹਨ, ਉਹ ਕਈ ਵਾਰੀ ਮ੍ਰਿਤ ਜਾਨਵਰ ਦੇ ਸਰੀਰ ਅੰਦਰ ਪਿੰਜਰ ਅੰਦਰ ਵੜ ਕੇ ਵੀ ਜਿਹੜਾ ਥੋੜ੍ਹਾ ਬਹੁਤਾ ਮਾਸ ਹੈ ਉਹਨੂੰ ਚੂੰਡ ਰਹੇ ਹੁੰਦੇ ਨੇ। ਚੂੰਡਣ ਦਾ ਮਤਲਬ ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ, ਕਿਉਂਕਿ ਇੰਨੀ ਭਾਸ਼ਾ ਸ਼ਹਿਰੀ ਜੀਵਨ 'ਚ ਨਹੀਂ ਚੱਲਦੀ। ਚੂੰਡਣ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਪੰਛੀ ਹੁੰਦੇ ਹਨ, ਇੱਕ ਹਿੱਸੇ ਦੇ ਨਾਲ ਆਪਣੇ ਦੋਵਾਂ ਪੰਜਿਆਂ ਦੇ ਨਾਲ ਜਿਹੜਾ ਮਾਸ ਸਾਧਕ ਹੈ ਉਹਨੂੰ ਦਬਾ ਲੈਣਾ, ਅਤੇ ਫਿਰ ਆਪਣੀ ਚੁੰਝ ਦੇ ਨਾਲ ਪਹਿਲਾਂ ਉਹਨੂੰ ਪੋਲਾ ਕਰਨਾ, ਕਿੰਨੀ ਵਾਰੀ ਚੁੰਝ ਮਾਰਨੀ, ਫਿਰ ਉਹਦੀ ਥੋੜ੍ਹੀ ਛੋਟੀ ਜਿਹੀ ਬੋਟੀ ਬਣਨੀ, ਅਤੇ ਫਿਰ ਉਹਨੂੰ ਚੁੱਕਣਾ। ਇਹਨੂੰ ਕਹਿੰਦੇ ਨੇ ਚੂੰਡਣਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਭਾਵ ਕਿ ਇਹ ਕਾਲ ਰੂਪ ਕਾਲ, ਤੂੰ ਜੀਵਨ ਦਾ ਸਾਰਾ ਬਲ ਲੈ ਗਿਆ ਹੈ, ਭਾਵ ਕਿ ਚੱਲਣ ਦਾ ਬਲ ਲੈ ਗਿਆ। ਚੱਲ ਕੇ ਮਸਜਿਦ ਤੱਕ ਜਾਣਾ ਹੁੰਦਾ ਸੀ, ਉਹ ਵੀ ਬਲ ਗਿਆ। ਦੇਖਣ ਦਾ ਬਲ ਵੀ, ਜਿਹੜਾ ਸਾਰਾ ਕੁਝ ਜੀਵਨ ਦਾ ਬਲ ਤੂੰ ਹੌਲੀ ਹੌਲੀ ਲੈ ਗਿਆ ਹੈ। ਪਰ ਕਹਿੰਦੇ ਜੇ ਮੇਰੇ 'ਤੇ ਤੇਰਾ ਰਹਿਮ ਹੋਵੇ ਤਾਂ ਇਹ ਦੋਏ ਨੈਣਾ ਮਤ ਛਹੋ ਫਿਰ ਦੇਖਣ ਕੀ ਆਸ, ਕਿ ਬਾਕੀ ਸਾਰਾ ਜੀਵਨ, ਭਾਵ ਕਿ ਮੌਤ ਹੌਲੀ ਹੌਲੀ ਜਦੋਂ ਸਾਡੇ ਨਿਕਟ ਆਉਂਦੀ ਹੈ, ਸਾਡਾ ਸਾਰਾ ਕੁਝ ਲੈ ਜਾਂਦੀ ਹੈ। ਚੱਲਣ ਦਾ ਤਾਣ, ਕਰਨ ਦਾ ਤਾਣ, ਸਮਝਣ ਦਾ ਤਾਣ, ਦੇਖਣ ਦਾ ਤਾਣ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਠੀਕ ਹੈ, ਤੂੰ ਸਾਰਾ ਕੁਝ ਮੇਰੇ ਕੋਲੋਂ ਲੈ ਜਾ। ਮੌਤ ਨੂੰ ਸੰਬੋਧਿਤ ਹੁੰਦੇ ਨੇ,
ਪਰ ਕਹਿੰਦੇ ਇਹ ਦੋਏ ਨੈਣਾ ਮਤ ਛਹੋ, ਪਰ ਇਹ ਦੋ ਨੈਣਾ ਨੂੰ ਨਾ, ਭਾਵ ਕਿ ਇਹਨਾਂ ਨੇਤਰਾਂ ਨੂੰ ਨਾ ਠੂੰਗਾ ਮਾਰਨਾ, ਕਿਉਂਕਿ ਇਹਨਾਂ ਦੇ ਅੰਦਰ ਫਿਰ ਦੇਖਣ ਕੀ ਆਸ, ਇਹਨਾਂ ਦੇ ਅੰਦਰ ਮਿਲਾਪ ਦੀ ਇੱਛਾ ਬੜੀ ਪ੍ਰਬਲ ਹੈ। ਇਹਨਾਂ ਨੂੰ ਲੱਗਦਾ ਕਿ ਜੇ ਬਾਕੀ ਸਾਰਾ ਸਰੀਰ ਚਲਿਆ ਵੀ ਜਾਵੇ, ਇਹ ਦੋ ਬਾਕੀ ਰਹਿ ਜਾਣ ਤਾਂ ਵੀ ਮੇਰੇ ਦਰਸ਼ਨ ਦੀ ਚਾਹਤ ਪੂਰੀ ਹੋ ਸਕਦੀ। ਇਹ ਪ੍ਰੇਮ ਦਾ ਸਿਖਰ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਇਹਦਾ ਹੁਣ ਦੂਸਰਾ ਭਾਵ ਅੰਕਿਤ ਕਰਦਿਆਂ ਕਾਗਾ ਕਰੰਗ ਢੰਡੋਲਿਆ, ਕਿ ਮੇਰੇ ਜੀਵਨ ਦੇ ਸਾਰੇ ਜਿਹੜੇ ਸ਼ੁਭ ਗੁਣ ਹਨ, ਜਿਵੇਂ ਸਾਡੇ ਅੰਦਰ ਪਰਉਪਕਾਰ ਹੋਵੇ, ਦਇਆ ਹੋਵੇ, ਖਿਮਾ ਹੋਵੇ, ਅਸੀਂ ਜ਼ਿੰਦਗੀ ਭਰ ਇਹਨਾਂ ਦੇ ਨਾਲ ਚੱਲਦੇ ਰਹੀਏ, ਪਰ ਜਦੋਂ ਮ੍ਰਿਤੂ ਆਊਗੀ ਤਾਂ ਇਹਨਾਂ ਗੁਣਾਂ ਦੀ ਜਿਹੜੀ ਪ੍ਰੈਕਟਿਸ ਸਾਡੇ ਸਰੀਰ ਨਾਲ ਚੱਲ ਰਹੀ ਹੁੰਦੀ ਹੈ, ਉਹਨੂੰ ਖਤਮ ਕਰ ਦਿੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਠੀਕ ਹੈ, ਇਸ ਤਰ੍ਹਾਂ ਜੀਵਨ ਖਤਮ ਹੋਏਗਾ। ਇੱਕ ਪਾਸੇ ਮੌਤ ਦੀ ਸੱਚਾਈ ਨੂੰ ਪ੍ਰਵਾਨ ਕਰਦੇ ਹਨ, ਪਰ ਦੂਜੇ ਪਾਸੇ ਆਪਣੇ ਜੀਵਨ ਮਨੋਰਥ ਦਾ ਵੀ ਪੂਰਾ ਖਿਆਲ ਹੈ, ਅਤੇ ਉਹਨੂੰ ਆਖਦੇ ਹਨ, ਫਿਰ ਪ੍ਰੇਮ ਵਿੱਚ ਪਾ ਕੇ ਆਖਦੇ ਹਨ। ਪਹਿਲੇ ਸ਼ਲੋਕ ਦੇ ਵਿੱਚ ਵਿਰਾਗ ਸੀ, ਹੁਣ ਦੇ ਸ਼ਲੋਕ ਵਿੱਚ ਪ੍ਰੇਮ ਆ ਗਿਆ। ਕਹਿੰਦੇ ਫਿਰ ਦੇਖਣ ਕੀ ਆਸ, ਇਸ ਆਸ ਦੇ ਆਧਾਰ 'ਤੇ ਹੀ ਮੇਰਾ ਜੀਵਨ ਹੈ, ਉਂਝ ਮੇਰੇ ਜੀਵਨ ਦਾ ਕੋਈ ਮਕਸਦ ਨਹੀਂ। ਇਸ ਕਰਕੇ ਇਹ ਜਿਹੜੀ ਪ੍ਰੇਮ ਦੀ ਵਿਆਕੁਲਤਾ ਭਰੀ ਅਵਸਥਾ ਹੁੰਦੀ ਜੀਵਨ ਦੇ ਵਿੱਚ ਨਾ, ਅਜੇ ਤੱਕ ਮਾਨਵਤਾ ਨੂੰ ਦਰਸ਼ਨ ਦੀ ਸਮਝ ਨਹੀਂ ਆਈ ਠੀਕ ਢੰਗ ਦੇ ਨਾਲ। ਦਰਸ਼ਨ ਕੀ ਹੁੰਦਾ? ਬਾਣੀ ਦੇ ਵਿੱਚ ਨਾ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੇ, ਮਿਲ ਦਰਸ਼ਨ ਤ੍ਰਿਪਤ ਮਨ ਧੀਜੈ। ਉਹ ਜਿਹੜੇ ਹਰੀ ਦੇ ਪਿਆਰੇ ਹਨ, ਉਹ ਕੁਝ ਵੀ ਨਹੀਂ ਮੰਗਦੇ ਉਹਦੇ ਦਰਸ਼ਨਾਂ ਦੇ ਬਰਾਬਰ। ਅਤੇ ਦਰਸ਼ਨ ਦਾ ਸਭ ਤੋਂ ਵੱਡਾ ਹੈ ਕਿ ਆਪਣੇ ਵਜੂਦ ਦੀ ਸੰਪੂਰਨਤਾ ਨੂੰ ਦੇਖਣਾ, ਕਿ ਜੋ ਸਾਨੂੰ ਲੱਗਦਾ ਕਿ ਅਸੀਂ ਕਾਲ ਦੇ ਪੁਤਲੇ ਹਾਂ, ਖਤਮ ਹੋ ਜਾਵਾਂਗੇ, ਪਰ ਜਿਹੜਾ ਸਾਡੇ ਅੰਦਰ ਸਦੀਵੀ ਤੱਤ ਹੈ, ਇਹਨੂੰ ਕੰਪਲੀਟ ਰੂਪ ਦੇ ਵਿੱਚ ਦੂਜੇ ਦੇ ਵਿੱਚ ਦੇਖ ਲੈਣਾ, ਇਹ ਦਰਸ਼ਨ ਦੀ ਸਭ ਤੋਂ ਵੱਡੀ ਉਚਾਈ ਹੁੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਦੋਏ ਨੈਣਾ ਸਾਰੇ ਸ਼ੁਭ ਗੁਣ ਚੁੰਡ ਲਏ ਹਨ, ਤਾਂ ਹੁਣ ਮੇਰੇ ਪਾਸ ਕੇਵਲ ਬੁੱਧੀ ਅਤੇ ਮਨ ਰੂਪ ਨੇਤਰ ਰਹਿਣ ਦਿਓ, ਤਾਂ ਕਿ ਮੈਨੂੰ ਨਿਰਗੁਣ ਪਰਮੇਸ਼ਰ ਦੇ ਦਰਸ ਹੋ ਜਾਣ। ਫਿਰ ਦੇਖਣ ਕੀ ਆਸ। ਹੁਣ ਇਹ ਸ਼ਲੋਕ ਪਹਿਲੇ ਸ਼ਲੋਕ ਨਾਲ ਕਿਵੇਂ ਜੁੜਿਆ? ਜਿਹੜੇ ਬੰਦੇ ਨੇ ਜ਼ਿੰਦਗੀ ਦੇ ਜਿਉਂਦਿਆਂ ਜੀ ਆਪਣੀ ਹੋਸ਼ੋ ਹਵਾਸ ਵਿੱਚ ਸੰਸਾਰ ਦੇ ਭੋਗਾਂ ਨੂੰ ਪਿੱਛੇ ਛੱਡਿਆ, ਜਿਹਨੇ ਜੀਂਦੇ ਜੀ ਆਪਣੇ ਜੀਵਨ ਦੇ ਵਿੱਚ ਇਹ ਅਭਿਆਸ ਕੀਤਾ ਬੰਦਗੀ ਦੇ ਨਾਲ ਕਿ ਸਾਡੀ ਮਾਲਕ ਤੋਂ ਦੂਰੀ ਬਣੀ ਹੈ, ਉਹਦੀ ਹੀ ਆਖਰ ਦੇ ਵਿੱਚ ਐਸੀ ਆਸ ਬਣੇਗੀ ਕਿ ਮੈਨੂੰ ਮਾਲਕ ਮਿਲ ਪਵੇ। ਜਿਹੜਾ ਆਪਣੇ ਹਸਪੀਟਲ ਦਾਖਲ ਹੋਣ ਤੋਂ ਪਹਿਲਾਂ ਵੀ ਘਰ ਦੇ ਵਿੱਚ ਚੰਗੀ ਤਰ੍ਹਾਂ ਸਵਾਦ ਲਾ ਕੇ ਗਿਆ ਹੈ, ਉਹਦੇ ਜੀਵਨ 'ਚ ਤਾਂ ਇਸ ਤਰ੍ਹਾਂ ਦੀ ਫਿਰ ਦੇਖਣ ਕੀ ਆਸ ਨਹੀਂ ਪੈਦਾ ਹੋਏਗੀ। ਉਹਦਾ ਤਾਂ ਇਹ ਪਰਿਵਾਰ ਦੇ ਨਾਲ ਜੁੜਿਆ ਰਵਾਂ, ਹੋਰ ਕਈ ਕੁਝ ਹੋ ਜੇ। ਇਸ ਕਰਕੇ ਜਿਹੜੀ ਫਿਰ ਦੇਖਣ ਕੀ ਆਸ ਹੈ, ਇਹ ਉੱਚੇ ਕਾਮਲ ਬੰਦਗੀ ਵਾਲੇ ਪੁਰਖਾਂ ਦਾ ਜੀਵਨ ਹੈ। ਅਤੇ ਇਹ ਜੇ ਜੀਵਨ ਦੇ ਵਿੱਚ ਪੈਦਾ ਹੋ ਜਾਵੇ, ਪਹਿਲਾਂ ਸਾਰਾ ਜੀਵਨ ਬੰਦਗੀ ਵਿੱਚ ਬਤੀਤ ਕੀਤਾ, ਜੇ ਲੱਗਿਆ ਕਿ ਅਜੇ ਪੂਰੀ ਸਿਖਰਤਾ ਪ੍ਰਾਪਤ ਨਹੀਂ ਹੋਈ, ਤਾਂ ਘੱਟੋ ਘੱਟ ਇਸ ਆਸ ਦੇ ਨਾਲ ਮਰਨਾ ਜਾਂ ਇਸ ਆਸ ਦੇ ਨਾਲ ਜੇ ਜੀਵਨ ਸਮਾਪਤ ਹੁੰਦਾ ਹੈ, ਅਤੇ ਇਹ ਸਾਡੇ ਜੀਵਨ ਦੀ ਪਹਿਲੀ ਸਫਲਤਾ ਹੈ। ਇਸ ਕਰਕੇ ਬਾਬਾ ਸ਼ਰਮਦ ਨੇ ਜਾਂ ਸ਼ਮਸ ਤਬਰੇਜ਼ ਨੇ ਕਿਹਾ, ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਬੰਦਗੀ ਕਰਦੇ ਹੋ, ਜੇ ਮੰਨ ਲਾ ਬੰਦਗੀ ਦੇ ਨਾਲ ਇਸ ਜੀਵਨ 'ਚ ਮੁਕਾਮ ਪ੍ਰਾਪਤ ਨਾ ਹੋਇਆ, ਤਾਂ ਫਿਰ ਤੁਹਾਡੀ ਬੰਦਗੀ ਦਾ ਕੀ ਅਰਥ ਰਹਿ ਜਾਏਗਾ? ਤਾਂ ਸ਼ਮਸ ਤਬਰੇਜ਼ ਨੇ ਬੜਾ ਕਮਾਲ ਦਾ ਉੱਤਰ ਦਿੱਤਾ। ਕਹਿਣ ਲੱਗਾ ਕਿ ਮੈਨੂੰ ਇਸ ਜਨਮ 'ਚ ਬੰਦਗੀ ਦੀ ਸਮਝ ਆਈ, ਮਤਲਬ ਜਿਹੜਾ ਮਨੁੱਖਾ ਜਨਮ ਹੈ ਉਹਦੇ 'ਚ ਬੰਦਗੀ ਦੀ ਸਮਝ ਆਈ ਹੈ। ਅਤੇ ਜੇ ਦੂਜੀ ਗੱਲ ਹੈ ਕਿ ਇਸ ਤੋਂ ਪਹਿਲਾਂ ਮੈਂ ਧਰਤੀ 'ਤੇ ਕਿੰਨਾ ਕਰਮ ਕਰਕੇ ਮੇਰੀ ਪ੍ਰਭੂ ਤੋਂ ਦੂਰੀ ਬਣ ਗਈ ਹੈ। ਕਹਿਣ ਲੱਗਾ ਇਹਦਾ ਮੈਨੂੰ ਇਲਮ ਨਹੀਂ, ਪਰ ਮੈਨੂੰ ਇੰਨਾ ਇਲਮ ਹੈ ਕਿ ਇਸ ਜਨਮ ਦੇ ਵਿੱਚ ਬੰਦਗੀ ਕੀਤੀ ਹੈ, ਜੇ ਬੰਦਗੀ ਨਾਲ ਮਿਲਾਪ ਨਹੀਂ ਤਾਂ ਜਿੰਨਾ ਉਹਦੇ ਮਿਲਣ ਦਾ ਰਸਤਾ ਹੈ, ਉਹਦੀ ਕੁਝ ਵਾਟ ਤਾਂ ਮੁਕੰਮਲ ਹੋਈ ਹੋਵੇਗੀ। ਮਤਲਬ ਜੇ ਮੇਰੀ 100 ਕਦਮ ਦੀ ਦੂਰੀ ਬਣੀ ਹੈ, ਜੇ ਇਸ ਜਨਮ ਦੀ ਬੰਦਗੀ ਦੇ ਨਾਲ ਪੂਰੀ ਦੂਰੀ ਖਤਮ ਨਹੀਂ ਹੋ ਸਕੀ, ਕੁਝ ਕਦਮਾਂ ਦੀ ਤਾਂ ਦੂਰੀ ਘਟੀ ਹੈ। ਅਤੇ ਕਹਿੰਦਾ ਮੇਰਾ ਇੱਕ ਵਿਸ਼ਵਾਸ ਹੈ ਕਿ ਜਿਹੜਾ ਇੱਕ ਵਾਰੀ ਰੱਬੀ ਇਬਾਦਤ ਦੇ ਮਾਰਗ 'ਤੇ ਪੂਰੀ ਤਰ੍ਹਾਂ ਚੱਲ ਪੈਂਦਾ ਹੈ, ਉਹਦੇ ਕਦਮਾਂ ਦੀ ਵਾਟ ਜੇ ਇੱਕ ਕਦਮ ਵੀ ਸ਼ੁਰੂ ਹੋਵੇ ਅਤੇ ਬਾਕੀ 99 ਕਦਮ ਵੀ ਬਾਕੀ ਹੋਣ ਨਾ ਉਹਦੀ ਮੰਜ਼ਿਲ ਤੱਕ ਪਹੁੰਚਣ ਦੇ, ਅਤੇ ਉਹ ਮਾਲਕ ਆਪ ਸਰ ਕਰਵਾ ਲੈਂਦਾ। ਇਸ ਕਰਕੇ ਕਹਿੰਦਾ ਮਿਲਾਪ ਹੋ ਜਾਣਾ ਉਹ ਵੱਖਰੀ ਗੱਲ ਹੈ, ਜੇ ਨਹੀਂ ਹੋਇਆ ਤਾਂ ਮਿਲਾਪ ਦੀ ਇੱਛਾ ਦੇ ਨਾਲ, ਆਸ ਦੇ ਨਾਲ ਮਰ ਜਾਣਾ ਵੀ ਚੰਗਾ ਹੈ। ਇਸ ਕਰਕੇ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ।
ਕਿ ਜੇ ਪੂਰੀ ਤਰ੍ਹਾਂ ਪਵਿੱਤਰ ਭਾਵਨਾ ਦੇ ਸਹਿਤ ਹੋ ਕੇ ਚੱਲ ਪਈਏ ਤਾਂ ਫਿਰ ਅਸੀਂ ਤਾਂ ਗੁਰੂ ਘਰ ਆਈਏ ਅਤੇ 3-4 ਕਾਰਜ ਨਾਲ ਜੋੜ ਹੀ ਲੈਂਦੇ ਹਾਂ। ਉੱਥੋਂ ਫਲਾਣੀ ਖਰੀਦਦੇ ਲਿਆਵਾਂਗੇ, ਉਹ ਰੋਜ਼ ਗੁਰੂ ਘਰ ਆਉਂਦਾ, ਉਹਦੇ ਨਾਲ ਆਪਣੇ ਕੋਈ ਪਰਿਵਾਰਕ ਮਸਲੇ ਦੀ ਗੱਲ ਕਰਨੀ ਹੈ, ਜਾਂ ਉਹ ਸਾਡਾ ਮਿੱਤਰ ਹੈ, ਉਂਝ ਸਾਰਾ ਦਿਨ ਮਿਲੀਦਾ ਨਹੀਂ, ਚਲੋ 2 ਮਿੰਟ ਉੱਥੇ ਗੱਲ ਕਰ ਲਵਾਂਗੇ। ਇੱਕ ਗੁਰੂ ਘਰ ਆਉਣ ਦੇ ਨਾਲ ਅਸੀਂ 4-5 ਚੀਜ਼ਾਂ ਆਪਣੀਆਂ ਜੋੜੀਆਂ ਹੋਈਆਂ ਹਨ, ਪੂਰਾ ਦਾ ਪੂਰਾ ਗੁਰੂ ਲਈ ਨਹੀਂ ਆ ਰਹੇ। ਤਾਂ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਸ਼ਮਸ ਤਬਰੇਜ਼ ਨੇ ਕਿਹਾ ਕਿ ਪੂਰੇ ਦਾ ਪੂਰਾ ਜੇ ਇੱਕ ਕਦਮ ਵੀ ਉਹਦੀ ਤਰਫ ਪੁੱਟਦੇ ਹਾਂ ਤਾਂ ਫਿਰ ਬਾਕੀ 99 ਕਦਮਾਂ ਦੀ ਵਾਟ ਆਪ ਪੂਰੀ ਕਰਾ ਲੈਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਦੇਖਣ ਕੀ ਆਸ ਦਾ ਮਤਲਬ ਹੈ ਕਿ ਜਿਸ ਕਰਮ ਦੀ ਪੂਰਤੀ ਲਈ ਸਾਰੀ ਜ਼ਿੰਦਗੀ ਸਾਧਨਾ ਕੀਤੀ ਅਤੇ ਉਹਦਾ ਆਖਰੀ ਆਧਾਰ ਇੱਕ ਤਾਂ ਇਹ ਸੀ ਕਿ ਬਾਕੀ ਜੀਵਨ ਹੁੰਦਾ ਤਾਂ ਗਲੇ ਲੱਗਦੇ, ਜੇ ਸਾਰਾ ਸਰੀਰ ਬਾਕੀ ਰਹਿ ਜਾਂਦਾ ਤਾਂ ਮਾਲਕ ਜਦੋਂ ਮਿਲਦਾ ਉਹਦੇ ਗਲੇ ਲੱਗਦੇ। ਪਰ ਜੇ ਇਹਨਾਂ ਵੀ ਕਾਲ ਨੂੰ ਨਹੀਂ ਮਨਜ਼ੂਰ ਕਿ ਪੂਰਾ ਸਰੀਰ ਵੀ ਨਹੀਂ ਬਾਕੀ ਰਹਿਣ ਦੇਣਾ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਘੱਟੋ ਘੱਟ ਇਹ ਨੇਤਰ ਬਾਕੀ ਰਹਿਣ, ਕਿਉਂਕਿ ਫਿਰ ਦੇਖਣ ਕੀ ਆਸ। ਹੁਣ ਜਿਹੜੀ ਬਾਬਾ ਫਰੀਦ ਸਾਹਿਬ ਜੀ ਨੇ ਆਸ ਸ਼ਬਦ ਵਰਤਿਆ ਨਾ, ਇਹ ਗੁਰਬਾਣੀ ਦੀ ਉਸੇ ਸੁਰ ਦੇ ਨਾਲ ਰਲਦਾ ਹੈ। ਹਉ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹਿ ਕਬ ਗੱਲ ਲਾਵਹਿ ਗੇ। ਇਸ ਆਸ ਦੇ ਵਿੱਚ ਆਹ ਦੁਨੀਆ ਦੇ ਵਿੱਚ 2 ਨੁਕਤੇ ਚੱਲਦੇ ਨੇ, ਮੈਂ ਕਦੀ ਇਹਨਾਂ ਨਾਲ ਬਹੁਤਾ ਸਹਿਮਤ ਨਹੀਂ ਹੋਇਆ। ਆਪਣੇ ਅਨੁਭਵ ਦੇ ਵਿੱਚ ਦੂਸਰੇ ਦਾ ਕੁਝ ਭਿੰਨ ਵੀ ਹੋ ਸਕਦਾ। ਪੋਜ਼ੀਟਿਵਿਟੀ ਨੈਗੇਟਿਵਿਟੀ ਅਕਸਰ ਤੁਹਾਨੂੰ ਲੋਕ ਮਿਲਣਗੇ, ਪੋਜ਼ੀਟਿਵ ਰਿਹਾ ਕਰੋ, ਨੈਗੇਟਿਵ ਨਾ ਸੋਚਿਆ ਕਰੋ। ਪਰ ਜੀਵਨ ਦਾ ਇੱਕ ਪੱਖ ਜਾਂਦਾ ਜਿੱਥੇ ਜਾ ਕੇ ਦੋਵੇਂ ਪੱਖ ਸੰਤੁਲਿਤ ਹੋ ਜਾਂਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਜਿਹੜੀ ਜਿਹਨੂੰ ਆਸ ਨੂੰ ਜੇ ਅਸੀਂ ਪੋਜ਼ੀਟਿਵਿਟੀ ਸਮਝ ਰਹੇ ਹਾਂ ਤਾਂ ਇਹ ਫਿਰ ਪੋਜ਼ੀਟਿਵਿਟੀ ਸਾਡੀ ਤਾਂ ਫਿਰ ਟੁੱਟ ਜਾਂਦੀ ਹੈ। ਅਸੀਂ ਕਿਸੇ ਬੰਦੇ 'ਤੇ ਆਸ ਲਗਾਈਏ, ਜੇ ਉਹ ਬਣ ਜਾਏ, ਪੂਰੀ ਹੋ ਜਾਏ ਤਾਂ ਅਸੀਂ ਥੋੜ੍ਹਾ ਪੋਜ਼ੀਟਿਵ ਰਹਿੰਦੇ ਹਾਂ, ਅਤੇ ਆਸ ਦੇ ਵਿੱਚ ਬੰਦਾ ਪੋਜ਼ੀਟਿਵ ਹੁੰਦਾ, ਪਰ ਟੁੱਟ ਜਾਵੇ ਤਾਂ ਉਹ ਨੈਗੇਟਿਵ ਬਣ ਜਾਂਦੀ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਇਸ ਆਸ ਦੇ ਵਿੱਚ ਮੇਰਾ ਜੀਵਨ ਟੁੱਟ ਵੀ ਜਾਵੇ ਤਾਂ ਮੈਂ ਨੈਗੇਟਿਵ ਨਹੀਂ ਹੋਵਾਂਗਾ। ਮਤਲਬ ਮੈਨੂੰ ਮਾਲਕ 'ਤੇ ਕੋਈ ਰੰਜ ਨਹੀਂ ਆਏਗਾ ਕਿ ਉਹਨੇ ਆਪਣਾ ਮੈਨੂੰ ਮਿਲਾਪ ਕਿਉਂ ਨਹੀਂ ਦਿੱਤਾ, ਕਿਉਂਕਿ ਮੈਂ ਤਾਂ ਬੜੀ ਸਾਧਨਾ ਕੀਤੀ ਸੀ। ਇਸ ਕਰਕੇ ਉਹਨਾਂ ਫਿਰ ਦੇਖਣ ਕੀ ਆਸ ਦਾ ਮਤਲਬ ਹੈ ਇਹਦੇ ਅੰਦਰ ਰੂਹਾਨੀ ਕਿਸਮ ਦੀ ਸਕਾਰਾਤਮਕਤਾ ਹੈ। ਰੂਹਾਨੀ ਕਿਸਮ ਦੀ ਸਕਾਰਾਤਮਕਤਾ ਦਾ ਮਤਲਬ ਹੈ ਕਿ ਜਿਹੜਾ ਯਤਨ ਕੀਤਾ ਹੈ ਉਸ ਯਤਨ ਦੀ ਹਉਮੈ ਵੀ ਆਪਣੇ ਪਾਸ ਨਹੀਂ ਰੱਖਣੀ। ਉਸ ਯਤਨ ਦੇ ਨਾਲ ਜਿੰਨੀਆਂ ਅਵਸਥਾਵਾਂ ਪ੍ਰਾਪਤ ਹੋ ਗਈਆਂ ਨੇ ਉਹਨਾਂ ਦਾ ਅਨੁਭਵ ਵੀ ਆਪਣਾ ਨਹੀਂ ਮੰਨਣਾ, ਅਤੇ ਜਿਹੜਾ ਉਹਦਾ ਸਿਖਰ ਮਿਲੇਗਾ ਜੇ ਉਹ ਨਹੀਂ ਵੀ ਮਿਲਿਆ ਅਤੇ ਤਾਂ ਵੀ ਕੋਈ ਰੰਜ ਨਹੀਂ। ਇਹਦਾ ਮਤਲਬ ਇਸ ਆਸ ਦਾ ਅਰਥ ਮਤਲਬ ਹੈ ਕਿ ਸੰਪੂਰਨ ਯਤਨ ਕਰਦਿਆਂ ਹੋਇਆਂ ਵੀ ਅਤੇ ਸੰਪੂਰਨ ਸਮਰਪਣ ਕਰਕੇ ਫਿਰ ਇਸ ਗੁੰਜਾਇਸ਼ ਦੇ ਵਿੱਚ ਰਹਿਣਾ ਨਹੀਂ ਕਿ ਨਦਰ ਮਿਹਰ ਹੀ ਵੱਡੀ ਹੁੰਦੀ ਹੈ। ਇਸ ਤਰ੍ਹਾਂ ਦੀ ਆਸ ਵਿੱਚ ਜਗਤ ਨਹੀਂ ਜਿਉਂਦਾ, ਜਗਤ ਉਹਦੀ ਪਹਿਲਾਂ ਹੀ ਮੰਨ ਲੈਂਦਾ ਹੈ। ਹੁਣ ਅਸੀਂ ਕਿਸੇ 'ਤੇ ਆਸ ਲਗਾਉਂਦੇ ਨਾ ਕਿਸ ਤਰ੍ਹਾਂ ਦੀ, ਉਹ ਪਹਿਲਾਂ ਹੀ ਮੰਨ ਕੇ ਬੈਠੇ ਹੁੰਦੇ ਆ ਕਿ ਇਹ ਮੇਰੀ ਮਦਦ ਕਰੇਗਾ ਹੀ ਕਰੇਗਾ। ਉਹਦਾ ਦੂਜਾ ਰੂਪ ਅਸੀਂ ਬਣਾ ਕੇ ਨਹੀਂ ਚੱਲਦੇ ਕਿ ਉਹ ਥੋੜ੍ਹੀ ਕਰੇਗਾ, ਪੂਰੀ ਕਰੇਗਾ ਜਾਂ ਨਹੀਂ ਕਰੇਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੇਰੀ ਆਸ ਦੇ ਵਿੱਚ ਇੰਨਾ ਸ਼ਾਮਲ ਹੈ ਜੇ ਇਸ ਜਨਮ ਦੇ ਵਿੱਚ ਮਿਲਾਪ ਨਹੀਂ ਅਤੇ ਇਹ ਆਸ ਇੱਕ ਨਵਾਂ ਜਨਮ ਦੇ ਦੇ ਤਾਂ ਕਿ ਮੇਰੀ ਬੰਦਗੀ ਉੱਥੋਂ ਕੰਟੀਨਿਊ ਹੋ ਸਕੇ। ਇਸ ਕਰਕੇ ਇਸ ਆਸ ਦੇ ਵਿੱਚ ਬੜੀ ਉੱਚੀ ਕਿਸਮ ਦੀ ਪਵਿੱਤਰਤਾ ਹੈ ਅਤੇ ਇਹ ਤਾਂ ਹੀ ਬਣਦੀ ਹੈ ਜੇ ਬੰਦਗੀ ਵਾਲਾ ਜੀਵਨ ਜੀਵਿਆ ਹੋਵੇ। ਅੱਗੇ ਬਖਸ਼ਿਸ਼ ਕਰਦੇ ਹਨ, ਕਾਗਾ ਚੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਹੇ। ਹੁਣ ਉਹਨਾਂ ਦਾ ਆਤਮ ਗਿਆਨ ਸਿਖਰ 'ਤੇ ਚਲਿਆ ਗਿਆ ਅਤੇ ਜਿਸ ਦਰਸ਼ਨ ਦੀ ਇਹਨਾਂ ਨੇਤਰਾਂ ਦੁਆਰਾ ਸੜਗੁਣ ਰੂਪ ਦੇ ਵਿੱਚ ਭਾਲ ਕਰ ਰਹੇ ਸਨ, ਉਹਦੇ ਹਿਰਦੇ ਘਰ ਵਿੱਚ ਹੀ ਦਰਸ਼ਨ ਹੋ ਗਏ ਹਨ ਅਤੇ ਆਪਣਾ ਅਨੁਭਵ ਰੱਖਦੇ ਹਨ। ਕਾਗਾ ਚੂੰਡ ਨਾ ਪਿੰਜਰਾ, ਕਿ ਇਹ ਮੌਤ ਰੂਪ ਕਾਲ ਰੂਪ ਕਾਂ, ਇਸ ਸਰੀਰ ਰੂਪ ਪਿੰਜਰੇ ਨੂੰ ਨਾ ਚੂੰਡ, ਬਸੈ ਤਾਂ ਉੱਡਰ ਜਾਹੇ। ਇਸ ਦੇ ਅੰਦਰ ਜਿਹੜਾ ਮਾਲਕ ਪਿਰ ਪ੍ਰੀਤਮ ਵਸਦਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਉਹ ਇਹਦੇ ਅੰਦਰ ਵਸਦਾ ਹੈ, ਇਸ ਕਰਕੇ ਤੈਨੂੰ ਇੱਥੋਂ ਉੱਡ ਜਾਣਾ ਚਾਹੀਦਾ ਹੈ। ਕਿਉਂਕਿ ਜਿਤ ਪਿੰਜਰੈ ਮੇਰਾ ਸਹੁ ਵਸੈ, ਮਾਸ ਨਾ ਤਿੱਦੂ ਖਾਏ। ਕਿ ਜਿਸ ਅਕਸ ਦੇ ਵਿੱਚ ਮਾਲਕ ਦਾ ਭੇਦ ਪ੍ਰਕਾਸ਼ ਹੋ ਗਿਆ ਹੋਵੇ, ਮਾਸ ਨਾ ਤਿੱਦੂ ਖਾਏ, ਫਿਰ ਉੱਥੇ ਜਿਹੜਾ ਕਾਂ ਰੂਪ ਮਾਸ ਨਹੀਂ ਖਾਂਦਾ। ਇਹਦਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਹਿਰਦੇ ਘਰ ਵਿੱਚ ਹੀ ਕਰ ਲਈ ਹੈ, ਫਿਰ ਉਹਨਾਂ ਦੇ ਲਈ ਮੌਤ ਦਾ ਜਿਹੜਾ ਕਾਂ ਹੈ ਉਹ ਕਿੰਨੇ ਵੀ ਠੂੰਗੇ ਮਾਰੀ ਜਾਵੇ ਉਹਦਾ ਕੋਈ ਭੈ ਬਾਕੀ ਨਹੀਂ ਰਹਿੰਦਾ। ਫਿਰ ਮੌਤ ਉਹਨਾਂ ਦੇ ਜੀਵਨ ਨੂੰ ਕਿਵੇਂ ਵੀ ਸਿਖਾਉਣਾ ਚਾਹੇ,
ਉਹ ਕਿਸੇ ਤਰ੍ਹਾਂ ਦੇ ਪਛੇਮਾਨ ਨਹੀਂ ਹੁੰਦੀ। ਇਸ ਕਰਕੇ ਸਾਧਨਾ ਦੇਖੋ, ਪਹਿਲਾਂ ਸਾਧਨਾ ਕੀਤੀ, ਉਹਦੇ ਵਿੱਚ ਵੈਰਾਗ ਪੈਦਾ ਹੋਇਆ। ਜਦੋਂ ਦੇਖਿਆ ਕਿ ਵੈਰਾਗ ਸਿਖਰ 'ਤੇ ਨਹੀਂ ਲਿਜਾ ਸਕਦਾ ਤੇ ਜੀਵਨ ਸੱਚ ਦੇ ਨਾਲ ਹੋਰ ਜੋੜ ਲਿਆ ਤੇ ਪ੍ਰੇਮ ਨੂੰ ਸਿਖਰ 'ਤੇ ਲੈ ਗਏ ਤੇ ਕਿਹਾ ਕਿ ਫਿਰ ਦੇਖਣ ਕੀ ਆਸ, ਕੋਈ ਨਾ, ਜੇ ਮਿਲਾਪ ਨਹੀਂ ਤਾਂ ਇਸ ਆਸ ਦੇ ਨਾਲ ਮਰਨਾ ਹੀ ਠੀਕ ਹੈ। ਤੇ ਬਾਅਦ ਦੇ ਵਿੱਚ ਉਹ ਆਸ ਜਿਹੜੀ ਅੰਤਮ ਪਲ ਦੇ ਵਿੱਚ ਆ ਕੇ ਪੂਰੀ ਹੁੰਦੀ ਹੈ, ਉਹਦਾ ਅਨੁਭਵ ਆਖਦੇ ਹਨ, ਜਿਤ ਪਿੰਜਰੈ ਮੇਰਾ ਸਹੋ ਵਸੈ, ਕਿ ਇਸ ਸਰੀਰ ਦੇ ਅੰਦਰ ਹੀ ਉਹ ਮਾਲਕ ਦਾ ਭੇਦ ਪ੍ਰਗਟ ਹੋ ਗਿਆ ਤੇ ਉਹਨੇ ਮੈਨੂੰ ਆਪਣਾ ਨੂਰ ਦਿਖਲਾ ਦਿੱਤਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਮੌਤ ਨੂੰ ਸਧਾਰਨ ਭਾਵ 'ਚ ਲੈ ਰਹੇ ਹਨ। ਪਹਿਲਾਂ ਵੱਡੀ ਮੰਨ ਰਹੇ ਸਨ ਕਿ ਇਹਨੇ ਮੈਨੂੰ ਖਤਮ ਕਰ ਦੇਣਾ, ਪਰ ਹੁਣ ਆਖ ਰਹੇ ਹਨ, ਮਾਸ ਨਾ ਤਿੱਦੂ ਖਾਏ, ਕਿ ਜਿਨ੍ਹਾਂ ਦੇ ਅੰਦਰ ਸਦ ਜੀਵਨ ਦਾ ਪ੍ਰਕਾਸ਼ ਹੋ ਜਾਂਦਾ, ਜਿਨ੍ਹਾਂ ਨੂੰ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਮੌਤ ਉਹਨਾਂ ਨੂੰ ਆਪਣੀ ਚੱਕਰ ਦੇ ਵਿੱਚ ਪਾ ਕੇ ਖਤਮ ਨਹੀਂ ਕਰ ਸਕਦੀ। ਮਤਲਬ ਉਹ ਅਜਰ ਅਤੇ ਅਮਰ ਹੋ ਜਾਂਦੇ ਨੇ। ਬਾਬਾ ਫਰੀਦ ਸਾਹਿਬ ਜੀ ਦਾ ਅਨੁਭਵ, ਇਹਦਾ ਸੰਖੇਪ ਜਿਹਾ ਜ਼ਿਕਰ ਹੋਰ ਰੱਖਦੇ ਹਾਂ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਜਿਤ ਪਿੰਜਰੈ ਮੇਰਾ ਸਹੋ ਵਸੈ। ਸਹੋ ਵਸੈ ਦਾ ਭਾਵ ਇਹ ਹੈ ਕਿ ਜਦੋਂ ਕਿਸੇ ਨੂੰ ਰੱਬੀ ਨੂਰ ਦੀ ਪ੍ਰਾਪਤੀ ਹੁੰਦੀ ਹੈ, ਬੰਦਾ ਉਹਦੇ ਕਦੇ ਲੱਛਣ ਵੀ ਜਾਣਨਾ ਚਾਹੇਗਾ, ਲੱਛਣ ਜਾਣਨਾ ਚਾਹੇਗਾ। ਹੁਣ ਜੀਵਨ ਦੇ ਵਿੱਚ ਜਦੋਂ ਅਲਗ ਜਾਲੀ ਸਾਹਿਬ ਦੇ ਲੈਟਰ ਪੜ੍ਹੋ, ਉਹਦੇ ਵਿੱਚ ਨਾ ਇੱਕ ਬੜੀ ਕਮਾਲ ਦੀ ਗੱਲ ਹੁੰਦੀ। ਜਦੋਂ ਇਹ ਦੁਨੀਆ ਤੋਂ ਕੂਚ ਕਰਕੇ ਗਏ ਤੇ ਇੱਕ ਆਖਰੀ ਚਿੱਠੀ ਉਹਨਾਂ ਦੇ ਸਰਾਣਿਓਂ ਮਿਲੀ, ਉਹਦੇ ਉੱਪਰ ਇੱਕ ਵਾਕ ਲਿਖੇ ਸਨ। ਉਹ ਵਾਕ ਇਹ ਲਿਖੇ ਸਨ ਕਿ ਇਸ ਜਿਹੜਾ ਮੇਰਾ ਅਸਲ ਜੀਵਨ ਦਾ ਪੰਛੀ ਸੀ, ਉਹਦੇ ਉੱਪਰ ਵਾਕ ਲਿਖੇ ਸਨ ਕਿ ਜਿਹੜਾ ਮੇਰਾ ਅਸਲ ਜੀਵਨ ਦਾ ਪੰਛੀ ਸੀ, ਭਾਵ ਮੇਰੀ ਆਤਮਾ ਸੀ, ਉਹਨੇ ਇਸ ਸਰੀਰ ਦੇ ਆਲਣੇ ਦੇ ਵਿੱਚ, ਪਿੰਜਰੇ ਦੇ ਵਿੱਚ ਬੜਾ ਜੀਵਨ ਬਤੀਤ ਕਰ ਲਿਆ। ਤੇ ਕਹਿੰਦੇ ਜਿਹੜਾ ਰੋਜ਼ਾਨਾ ਸੀ, ਜਦੋਂ ਤੱਕ ਪਿੰਜਰਾ ਸੀ ਜਾਂ ਆਲਣਾ ਸੀ, ਉਦੋਂ ਤੱਕ ਰੋਜ਼ਾਨਾ ਵਾਪਸ ਆਉਣ ਦੀ ਜਿਹੜੀ ਚੇਸ਼ਟਾ ਬਣੀ ਰਹਿੰਦੀ ਸੀ। ਹੁਣ ਇਉਂ ਲੱਗਦਾ ਸੀ ਕਿ ਇਸ ਆਲਣੇ ਨੂੰ, ਇਸ ਪਿੰਜਰੇ ਨੂੰ ਤਿਆਗ ਕੇ ਤੇ ਇੱਕ ਐਸੀ ਲੰਬੀ ਉਡਾਰੀ ਲਗਾਈਏ ਜਿਹਦੇ ਵਿੱਚ ਨਾ ਤਾਂ ਮੁੜਨਾ ਹੋਵੇ ਤੇ ਨਾ ਹੀ ਹੇਠਾਂ ਆਉਣਾ ਹੋਵੇ। ਭਾਵ ਕਿ ਸਰੀਰ, ਇਸ ਕਰਕੇ ਮਹਾਂਪੁਰਖ ਦਾ ਸਰੀਰ ਤਿਆਗਣ ਦਾ ਮਤਲਬ ਉਹਦੇ ਜੀਵਨ ਦੀ ਸਮਾਪਤੀ ਨਹੀਂ ਹੁੰਦੀ। ਉਹਦਾ ਮਤਲਬ ਹੈ ਇਹਦੇ ਵਿੱਚ ਉਹ ਸੰਪੂਰਨ ਜਿਹੜੀ ਪ੍ਰਵਾਜ ਭਰ ਚੁੱਕਾ ਹੈ। ਸਾਡੀ ਪ੍ਰਵਾਜ ਬਾਕੀ ਬਣੀ ਰਹਿੰਦੀ ਹੈ, ਕਿਉਂਕਿ ਸਾਡਾ ਆਲਣਿਆਂ ਦੇ ਨਾਲ, ਚਾਹੇ ਸਰੀਰ ਹੋਵੇ, ਚਾਹੇ ਘਰ ਹੋਵੇ, ਚਾਹੇ ਪਦਾਰਥ ਹੋਵੇ, ਉਹਦੇ ਨਾਲ ਮੋਹ ਬਣਿਆ ਰਹਿੰਦਾ ਹੈ। ਪਰ ਸੰਤ ਸੰਪੂਰਨ ਹੋ ਜਾਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਦੋਂ ਮੈਨੂੰ ਪਤਾ ਲੱਗਾ ਕਿ ਜਿਸ ਪਰਮੇਸ਼ਰ ਦੇ ਦਰਸ਼ਨਾਂ ਦੀ ਭਾਲ ਕਰਦਾ, ਉਹਦਾ ਨੂਰ ਤਾਂ ਅੰਦਰ ਹੈ ਤੇ ਉਹਨੇ ਅੰਦਰੋਂ ਹੀ ਕਹਿੰਦੇ ਮੈਨੂੰ ਪ੍ਰਕਾਸ਼ ਕਰਕੇ ਦਿਖਾਇਆ, ਤਾਂ ਫਿਰ ਮੈਂ ਮੌਤ ਦੇ ਸੰਬੰਧ ਵਿੱਚ ਕਿਹਾ, ਮਾਸ ਨਾ ਤਿੱਦੂ ਖਾਏ, ਕਿ ਜਿਨ੍ਹਾਂ ਨੂੰ ਅੰਦਰੋਂ ਮਾਲਕ ਦੇ ਦਰਸ਼ਨ ਦੀ ਪ੍ਰਾਪਤੀ ਹੋ ਗਈ ਹੈ, ਭਾਵ ਜਿਹੜੇ ਨਿਰਭਉ, ਨਿਰਵੈਰ, ਨਿਰਲੇਪ, ਅਮਰ ਅਜਰ ਹੋ ਗਏ ਹਨ, ਉਹਨਾਂ ਨੂੰ ਮੌਤ ਦਾ ਡਰ ਕੁਝ ਨਹੀਂ ਕਹਿ ਸਕਦਾ। ਇਹਦਾ ਮਤਲਬ ਭਗਤੀ ਦੇ ਸਿਖਰ 'ਤੇ ਜਾ ਕੇ ਬੰਦਾ ਰੱਬੀ ਰੂਪ ਹੋ ਜਾਂਦਾ ਹੈ ਤੇ ਉਹਦੇ ਜੀਵਨ ਦੀ ਬਾਕੀ ਕੋਈ ਅਧੂਰਾਪਣ ਨਹੀਂ ਬਚਦਾ, ਉਹ ਸੰਪੂਰਨ ਦਾ ਸੰਪੂਰਨ ਹੀ ਹੈ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ। ਅਸੀਂ ਇਹਨਾਂ ਸ਼ਲੋਕਾਂ ਨੂੰ ਸੂਫੀਆਂ ਦੇ ਸਾਧਨਾ ਪੜਾਵਾਂ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ। ਕਿਰਪਾ ਕਰਨ ਸਾਡੇ ਜੀਵਨ 'ਚ ਬੰਦਗੀ ਦੀ ਉਚਾਈ ਪੈਦਾ ਹੋਵੇ। ਉਚਾਈ, ਹੁਣ ਜਿਵੇਂ ਮਕਾਨ ਖੜਾ ਕਰੀਦਾ ਹੈ ਤਾਂ ਉਹ ਕਿਵੇਂ ਖੜਾ ਹੁੰਦਾ, ਇੱਕ ਇੱਟ ਦੇ ਉੱਪਰ ਦੂਜੀ ਰੱਖੀ ਜਾਂਦੀ, ਦੂਜੀ ਦੇ ਉੱਪਰ ਤੀਜੀ। ਜੇ ਬੰਦਗੀ ਵਾਲਾ ਜੀਵਨ ਖੜਾ ਕਰਨਾ ਹੈ ਤਾਂ ਰੋਜ਼ਾਨਾ ਦੇ ਹਰੇਕ ਦਿਨ ਦੀ ਸਾਧਨਾ ਔਰ ਉਹਦਾ ਸਮਾਂ ਵਾਧਾ, ਜਦੋਂ ਇਹ ਲਗਾਤਾਰ ਚਿਣਾਂਗੇ ਫਿਰ ਜੀਵਨ ਦੀ ਬੰਦਗੀ ਦੀ ਉਚਾਈ ਬਣੇਗੀ ਤੇ ਬੰਦਗੀ ਦੀ ਉਚਾਈ 'ਤੇ ਜਾ ਕੇ ਪਵਿੱਤਰਤਾ ਦਾ ਮੁਕਾਮ ਮਿਲੇਗਾ ਤੇ ਪਵਿੱਤਰਤਾ ਦੇ ਮੁਕਾਮ ਵਿੱਚੋਂ ਮਾਲਕ ਦੇ ਦਰਸ਼ਨ ਦੀ ਚਾਹਤ ਪੈਦਾ ਹੋਵੇਗੀ ਤੇ ਫਿਰ ਉਹਦੀ ਮਿਹਰ ਸਾਡੀ ਚਾਹਤ ਨੂੰ ਪੂਰਾ ਵੀ ਕਰੇਗੀ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਐਸੀ ਨਿਰਮਲ ਚਾਹਤ, ਐਸਾ ਬੰਦਗੀ ਦਾ ਸਸ਼ਕਤ ਯਤਨ ਸਾਡੇ ਸਾਰਿਆਂ ਦੇ ਜੀਵਨ ਵਿੱਚ ਪੈਦਾ ਹੋਵੇ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।